पुकार टीवी से स्वागत। मैं रिशपाल सिंह ते साडे नाल जुड़ रहे हैं डॉक्टर श्याम सुंदर दीप्ति जो कि उगे समाज चिंतक ने, उगे नामवर लेखक ने, बुलारे ने, सोशल एक्टिविस्ट ने। डॉक्टर श्याम सुंदर दीप्ति जी, पुकार टीवी वालों तुहानू जी आया, तुहाडा धन्यवाद जी। बहुत बहुत धन्यवाद जी। डॉक्टर साहब, बेनती है कि एक वो समा सी सितंबर 1951 का पटियाला विखे गुरमत महासमागम होया ते 4 ਲੱਖ ਦੇ करीब लोगों का इकट्ठ होया ते पंजाबी सूबे की हमायत से मोहर लाई। फिर 1955 में मार्च के महीने हिंदू भाईचारे वालों कानफ्रेंस की गई तो उन्होंने पंजाबी सूबे का मता पास कर दिता। नतीजे वजों होया कि सरकार ने पंजाबी सूबा जिंदाबाद कहने के उत्ते नारा लाने के उत्ते पाबंदी लाती। 10 मई 1955 को डॉक्टर मास्टर तारा सिंह उन्होंने पंजाबी सूबा जिंदाबाद का नारा लाया तो उन्होंने गिरफ्तार होना पिया ते लगभग 12,000 अकाली जिहड़े उदों गिरफ्तार होए। ते कल 14 दसंबर 2021 ਨੂੰ ਤੁਹਾਡੇ ਵਰਗੇ ਕੁਝ ਚਿੰਤਕ ਤੁਸੀਂ ਵੀ ਵਿੱਚ ਉਹਦੇ ਸ਼ਾਮਲ ਸੋ ਤੇ ਉਹ ਇੱਕ ਜੂਝ ਦਾ ਪੰਜਾਬ ਦਾ ਕੋਈ ਨਾਰਾ ਤੁਸੀਂ ਦਿੱਤਾ ਹੈ, ਉਹ ਕੀ ਨਾਰਾ ਹੈ, ਕੀ ਉਹਦਾ ਸੰਕਲਪ ਹੈ ਜੀ? देखो, जूझ ਦਾ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਕੋਈ ਨਾਰਾ ਨਹੀਂ ਹੈਗਾ। दरअसल ਆਪਾਂ ਕਹੀਏ ਤਾਂ ਆਪਾਂ ਕਾਫੀ ਲੰਮੇ ਸਮੇਂ ਤੋਂ ਜੂਝ ਰਹੇ ਹੈਗੇ ਆ। ਖਾਸ ਤੌਰ ਤੇ ਪੰਜਾਬ ਦੀ ਆਪਾਂ ਜੇ ਗੱਲ ਕਰੀਏ, ਜੋ ਪੰਜਾਬੀ ਸੂਬੇ ਦੀ ਗੱਲ ਕੀਤੀ ਹੈ ਤਾਂ ਉਸ ਸਮੇਂ ਤੋਂ ਹੀ ਆਪਾਂ ਜੂਝ ਰਹੇ ਹੈਗੇ ਆ। ਤੇ ਇਹ ਵੀ ਜਿਹੜਾ ਹੁਣ ਆਪਾਂ ਮਤਲਬ ਕਿ ਕੱਲ ਦੀ ਜਿਹੜੀ ਤਰੀਕ ਹੈਗੀ ਉਹ ਤਰੀਕ ਕੋਈ ਇੱਕ ਬਣ ਜਾਂਦੀ ਹੈ ਜਿਸ ਦਿਨ ਸਬੱਬ ਬਣਦਾ ਕਿ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਤੇ ਗੱਲਬਾਤ ਸਾਰਿਆਂ ਦੇ ਅੰਦਰ ਚੱਲਦੀ ਹੁੰਦੀ ਹੈ। ਤੁਹਾਡੇ ਅੰਦਰ ਵੀ ਚੱਲਦੀ ਹੋਣੀ ਹੈ ਵੀ ਪੰਜਾਬ ਦੇ ਜੋ ਹਾਲਾਤ ਨੇ ਇਹ ਬਦਲਣੇ ਚਾਹੀਦੇ ਨੇ। ਇੱਕ ਬਦਲਾਵ ਜਿਹੜਾ ਹੈਗਾ ਉਹ ਉਹਦੀ ਲੋੜ ਹੁੰਦੀ ਹੈ। ਤੇ ਆਪਾਂ ਜੇ ਕਹੀਏ ਜੀ ਵੀ ਇਹ ਕੱਲ ਦਾ ਜਿਹੜਾ ਸਮਾਪਨ ਹੈਗਾ, ਇਸ ਨੂੰ ਜਿਹੜੀ ਥੋੜੀ ਬਹੁਤ ਜਿਹੜੀ ਹਿੰਮਤ ਦਿੱਤੀ ਹੈਗੀ ਆ ਉਹ ਸਾਡੇ ਕਿਸਾਨੀ ਅੰਦੋਲਨ ਨੇ ਦਿੱਤੀ ਹੈ। ਤੁਸੀਂ ਦੇਖੇ ਹੋਣੇ ਜਿਹੜੇ ਤੁਸੀਂ ਬਹੁਤੇ ਕੱਲ ਜੇ ਤੁਸੀਂ ਉਹ ਦੇਖਿਆ ਹੈਗਾ, ਉਹ ਸਟੇਜ ਦੇਖੀ ਹੈ ਤਾਂ ਜਿੰਨੇ ਵੀ ਲੋਕ ਬੈਠੇ ਸੀਗੇ ਸਾਰੇ ਦੇ ਸਾਰੇ ਜਿਹੜੇ ਨੇ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਹੋ ਕੇ ਆਏ ਹੋਏ ਹੈਗੇ ਨੇ। ਕੋਈ ਬੰਦਾ ਇਹੋ ਜਿਹਾ ਨਹੀਂ ਸੀਗਾ ਜਿਹਨੇ ਉਸ ਸਟੇਜ ਨੂੰ ਸਾਂਝਾ ਨਾ ਕੀਤਾ ਹੋਵੇ। ਤਾਂ ਉਹ ਇੱਕ ਮਤਲਬ ਕੀ ਸੀਗਾ, ਇੱਕ ਸਬੱਬ ਜਿਹਾ ਬਣ ਗਿਆ ਕਿ ਉਹ ਸਾਰੇ ਇਕੱਠੇ ਹੋ ਗਏ। ਸਵਾਲ ਜੂਝ ਦੇ ਪੰਜਾਬ ਦਾ ਇਹ ਸੀਗਾ ਕਿ ਵੀ ਹਰੇਕ ਬੰਦਾ ਕਹਿੰਦਾ ਹੈਗਾ ਕਿ ਬਦਲਾਵ ਚਾਹੀਦਾ ਹੈਗਾ, ਬਦਲਾਵ ਚਾਹੀਦਾ ਹੈਗਾ। ਈਵਨ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਕੀ ਗੱਲ ਚੱਲਦੀ ਹੈ ਵੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਈਵਨ ਮਤਲਬ ਕਿ ਕਾਂਗਰਸ ਦੇ ਵਿੱਚ ਵੀ ਆਪਣੇ ਸਿੱਧੂ ਸਾਹਿਬ ਜਿਹੜੇ ਨੇ ਉਹ ਆਪ ਮਤਲਬ ਕਿ ਇਹ ਗੱਲ ਕਹਿ ਰਹੇ ਨੇ ਵੀ ਮੁੱਦਿਆਂ ਤੇ ਗੱਲ ਕਰੀਏ, ਮੁੱਦਿਆਂ ਤੇ ਇਲੈਕਸ਼ਨ ਲੜਾਂਗੇ, ਪਰ ਮੁੱਦੇ ਕਿਹੜਿਆਂ ਦੀ ਗੱਲ ਕਰਾਂਗੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਸਾਡੇ ਮੁੱਦੇ ਕੀ ਹੋਣਗੇ, ਇਹ ਨਹੀਂ ਦੱਸਿਆ। ਤੇ ਇਹ ਗੱਲ ਹੋ ਜਿਹੜੀ ਯੂਥ ਦਾ ਪੰਜਾਬ ਦਾ ਸਾਰਿਆਂ ਤੋਂ ਵੱਡੀ ਜਿਹੜੀ ਕਹਿ ਸਕਦਾ ਮੈਂ, ਕਿਉਂਕਿ ਚਲੋ ਮੈਂ ਵਿੱਚ ਹੈਗਾ ਪਰ ਫਿਰ ਵੀ ਮੈਂ ਕਹਾਂਗਾ ਕਿ ਉਹਦੀ ਖੂਬਸੂਰਤੀ ਇਹ ਹੈਗੀ ਹੈ ਕਿ ਉਹਨਾਂ ਦੇ ਮਤਲਬ ਕਿ ਕੁਝ ਲੰਮੇ ਸਮੇਂ ਤੋਂ ਮੈਂ ਕਹਿ ਸਕਦਾ ਕਿ 3-4 ਮਹੀਨਿਆਂ ਤੋਂ ਮੈਂ ਉਸ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈਗਾ ਜਿਹਦੇ 'ਚ ਮੁੱਦੇ ਪਛਾਣੇ ਗਏ ਤੇ ਮੁੱਦਿਆਂ ਦੇ ਉੱਤੇ ਮਤਲਬ ਕਿ ਇੱਕ ਠੋਸ ਗੱਲਬਾਤ ਕੀਤੀ ਗਈ। ਤੁਸੀਂ ਦੇਖੋ ਵੀ ਇਹ ਨਹੀਂ ਹੈਗਾ ਕਿ 5-4 ਬੰਦਿਆਂ ਨੇ ਬੈਠ ਕੇ ਹੀ ਸਾਰੇ ਮੁੱਦੇ ਤੈਅ ਕੀਤੇ ਹੋਣ। ਮੁੱਦੇ ਪਛਾਣੇ ਹੁਣ ਚਾਹੇ 5-4 ਬੰਦਿਆਂ ਨੇ। ਤੇ ਮੰਨ ਲਓ ਖੇਤੀ ਇੱਕ ਮੁੱਦਾ ਹੈ ਤਾਂ ਫਿਰ ਖੇਤੀ ਮਾਹਰ ਦਵਿੰਦਰ ਸ਼ਰਮਾ ਤੁਸੀਂ ਦੇਖੇ ਹੋਣੇ ਆ, ਉੱਥੇ ਬੈਠੇ ਸੀਗੇ, ਉਹਨਾਂ ਨੇ ਗੱਲ ਕੀਤੀ। ਸਿਹਤ ਦੇ ਉੱਤੇ ਗੱਲ ਕਰਨ ਦੇ ਵਾਸਤੇ ਉਹਨਾਂ ਨੇ ਮੈਨੂੰ ਬੁਲਾਇਆ ਹੈ ਨਾ। ਐਜੂਕੇਸ਼ਨ ਦੇ ਉੱਤੇ ਗੱਲ ਕਰਨ ਵਾਸਤੇ ਹੈ ਨਾ, ਪੰਜਾਬੀ ਭਾਸ਼ਾ ਤੇ ਗੱਲ ਕਰਨ ਵਾਸਤੇ ਪ੍ਰੋਫੈਸਰ ਜੋਗਾ ਸਿੰਘ ਹੋਰਾਂ ਨਾਲ ਗੱਲ ਹੋਈ ਹੈਗੀ ਹੈ। ਐਵੇਂ ਵਾਤਾਵਰਨ ਦੇ ਉੱਤੇ ਗੱਲ ਕਰਨ ਦੇ ਵਾਸਤੇ ਤੁਸੀਂ ਉੱਥੇ ਖੇਡਾਂ ਨੂੰ ਲੈ ਕੇ ਵੀ ਖੇਡਾਂ ਦੀ ਕੀ ਮਹੱਤਤਾ ਹੈਗੀ ਹੈ, ਖੇਡਾਂ ਦੀ ਕੀ ਪਾਲਿਸੀ ਬਣਨੀ ਚਾਹੀਦੀ ਹੈ, ਉਹਦੇ ਬਾਰੇ ਤੁਹਾਨੂੰ ਉੱਥੇ ਜੱਸਾ ਮਤਲਬ ਕਿ ਉੱਥੇ ਬੈਠੇ ਸੀਗੇ ਪੱਟੀ ਹੈ ਨਾ, ਉਹ ਜਿਹੜੇ ਓਲੰਪੀਅਨ ਹੈਗੇ ਆ ਮਤਲਬ ਕਿ ਆਪਣੇ ਉਹਦੇ ਵਿੱਚ ਬਾਦਸ਼ਾਹ ਕਹਿੰਦੇ ਕੁਸ਼ਤੀ ਦੇ ਵਿੱਚ। ਤਾਂ ਮਤਲਬ ਕਹਿਣ ਦਾ ਮਤਲਬ ਇਹ ਸਾਰੇ ਬੰਦਿਆਂ ਨੇ ਆਪਣੇ ਆਪਣੇ ਵਿਊ ਦਿੱਤੇ ਹੈਗੇ ਨੇ, ਆਪਣਾ ਆਪਣਾ ਤਜਰਬਾ ਦੱਸਿਆ ਹੈਗਾ ਤੇ ਉਹ ਕੀ ਚਾਹੁੰਦੇ ਨੇ। ਸਾਰਿਆਂ ਦੇ ਕੋਲੋਂ ਲਗਭਗ ਦੁਨੀਆ ਭਰ ਦੇ ਤਜਰਬੇ ਹੈਗੇ ਨੇ ਵੀ ਕਿਹੜਾ ਦੇਸ਼ ਕੀ ਕਰ ਰਿਹਾ ਹੈਗਾ, ਕਿਹੜੇ ਕੰਟਰੀ ਦੇ ਵਿੱਚ ਕਿਹੜੀ ਪਾਲਿਸੀ ਹੈਗੀ ਹੈ ਤੇ ਉਹ ਉਹਨਾਂ ਨੇ ਵਧੀਆ ਨਤੀਜੇ ਦਿੱਤੇ ਨੇ। ਪਰ ਕਹਿਣ ਦਾ ਮਤਲਬ ਸਭ ਤੋਂ ਵੱਡੀ ਜਿਹੜੀ ਮੈਂ ਕਹਾਂਗਾ ਖਾਸੀਅਤ ਜਿਹੜੀ ਇਸ ਦੀ ਹੈਗੀ ਹੈ ਕਿ ਇਹਨਾਂ ਨੇ ਮੁੱਦਿਆਂ ਨੂੰ ਪਹਿਚਾਣਿਆ ਤੇ ਫਿਰ ਇੱਕ ਇੱਕ ਮੁੱਦੇ ਨੂੰ ਲੈ ਕੇ ਉਹਨਾਂ ਨਾਲ ਸੰਬੰਧਿਤ ਮਾਹਰਾਂ ਨੂੰ ਬੁਲਾ ਕੇ ਮਤਲਬ ਕਿ ਫਿਰ ਉਹਨਾਂ ਤੋਂ ਵਿਊਜ਼ ਲਏ ਹੈਗੇ ਨੇ, ਉਹਨਾਂ ਤੋਂ ਲਿਖਵਾਇਆ ਹੈਗਾ, ਲਿਖਵਾ ਕੇ ਫਿਰ ਇੱਕ ਡਾਕੂਮੈਂਟ ਤਿਆਰ ਕੀਤਾ ਹੈਗਾ ਜਿਹਨੂੰ ਕੱਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਜਿਵੇਂ ਕਿਤਾਬ ਰਿਲੀਜ਼ ਹੁੰਦੀ ਹੋਵੇ, ਉਹ ਮੁੱਦਿਆਂ ਦੀ ਜਿਹੜੀ ਬੁਕਲੈਟ ਸੀਗੀ ਉਹ ਰਿਲੀਜ਼ ਕੀਤੀ ਗਈ ਤੇ ਫਿਰ ਪ੍ਰੈਸ ਕਾਨਫਰੰਸ ਬੁਲਾਈ ਗਈ। ਉਹਨਾਂ ਨੂੰ ਦੱਸਿਆ ਗਿਆ ਵੀ ਸਾਡੇ ਆਹ ਮੁੱਦੇ ਹੈਗੇ ਨੇ ਤੇ ਅਸੀਂ ਇਸ ਦੀ ਗੱਲ ਕਰਨਾ ਚਾਹੁੰਦੇ ਹੈਗੇ ਹਾਂ। ਹਾਂਜੀ, ਇਹਦੇ ਵਿੱਚ ਲੋਕ ਗਾਇਕ ਵੀ ਸ਼ਾਮਲ ਸੀਗੇ ਜੀ? ਹਾਂਜੀ, ਮੈਂ ਗੱਲ ਕਰਾਂ ਲੋਕ ਗਾਇਕ ਵੀ ਸ਼ਾਮਲ ਸੀਗੇ। ਮੈਂ ਇਹ ਕਹਿ ਸਕਦਾ ਵੀ ਇਸ ਦਾ ਜੇ ਆਪਾਂ ਇੱਕ ਸੂਤਰਧਾਰ ਹੈਗਾ ਉਹ ਅਮਿਤੋਜ ਮਾਨ ਹੈਗਾ, ਜਿਹਨੇ ਮਤਲਬ ਕਿ ਪਹਿਲ ਕੀਤੀ, ਜਿਹਨੇ ਸ਼ੁਰੂਆਤ ਕੀਤੀ, ਜਿਹਦੇ ਮਨ 'ਚ ਆਇਆ ਵੀ ਕੁਝ ਕਰਨਾ ਚਾਹੀਦਾ ਹੈਗਾ ਕਿਉਂਕਿ ਉਹ ਵੀ ਅੰਦੋਲਨ ਦੇ ਨਾਲ ਜੁੜਿਆ ਰਿਹਾ ਹੈਗਾ ਤੇ ਉਹਨੇ ਮਨ ਦੇ 'ਚ ਆਇਆ ਤੇ ਉਹਨੇ ਮਤਲਬ ਕਿ ਚੰਡੀਗੜ੍ਹ 'ਚ ਰਹਿੰਦੇ ਆ ਜੋ ਮੈਂ ਸਮਝਦਾ ਕਿ ਉਹਨਾਂ ਨੇ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਪੱਤਰਕਾਰ ਨੇ ਹਮੀਰ ਸਿੰਘ ਹੋਰਾਂ ਨਾਲ ਗੱਲ ਕੀਤੀ
ਆਪਸ ਵਿੱਚ ਬੈਠੇ ਤੇ ਉਹਨਾਂ ਨੇ ਮਤਲਬ ਕਿ ਉਹ 2 ਤੋਂ ਫਿਰ 3 ਹੋਏ ਤੇ ਫਿਰ ਜਿਵੇਂ ਉਹਨਾਂ ਨੇ ਕੱਲ ਵੀ ਦੱਸਿਆ ਕਿ ਬੱਬੂ ਮਾਨ ਜਿਹੜਾ ਸੀਗਾ ਉਹਨੇ ਬੜੀ ਮਤਲਬ ਕਿ ਉੱਥੇ ਮੋਰਚੇ ਦੇ ਵਿੱਚ ਕਾਫੀ ਲੰਬਾ ਸਮਾਂ ਤੇ ਆਪਣੀ ਬੜੀ ਸ਼ਿੱਦਤ ਦੇ ਨਾਲ ਉਹਨੂੰ ਮਹਿਸੂਸ ਕੀਤਾ ਤੇ ਉਹਦੇ ਉੱਤੇ ਗੱਲ ਵੀ ਕੀਤੀ ਹੈ ਉੱਥੇ ਇਹ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈਗਾ ਜਿਸ ਜਿੱਥੇ ਗੱਲ ਕੀਤੀ ਹੈਗੀ ਹੈ। ਤਾਂ ਬੱਬੂ ਮਾਨ, ਅਮਿਤੋਜ ਮਾਨ, ਹਮੀਰ ਸਿੰਘ ਇਹ ਆਪਸ ਦੇ ਵਿੱਚ ਸ਼ੁਰੂਆਤ ਵਿੱਚ ਫਿਰ ਇਹਨਾਂ ਨੇ ਮਤਲਬ ਕਿ ਇੱਕ ਇੱਕ ਕਰਕੇ ਜਿਹੜੇ ਸੀਗੇ ਸਾਰੇ ਜਿਹੜੇ ਮੈਂ ਗੱਲ ਦੱਸਿਆ ਵੀ ਜਿਹੜੇ ਐਕਸਪਰਟ ਸੀਗੇ ਜਿਹੜੇ ਮਤਲਬ ਕਿ ਮਾਹਰ ਸੀਗੇ ਆਪਣੇ ਆਪਣੇ ਵਿਸ਼ਿਆਂ ਦੇ ਉਹਨਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਤੋਂ ਰਾਏ ਲਈ ਤੇ ਫਿਰ ਇੱਕ ਡਾਕੂਮੈਂਟ ਤਿਆਰ ਕੀਤਾ। ਹੁਣ ਆਪਾਂ ਜੇ ਕਹੀਏ ਕਿ ਉਹ ਗੱਲ ਕੱਲ ਵੀ ਇਹ ਸਵਾਲ ਉੱਠਿਆ ਸੀਗਾ ਵੀ ਇਹ ਜਿਹੜੇ ਮਤਲਬ ਕਿ ਉੱਥੇ ਗਾਇਕ ਹੈਗੇ ਨੇ ਇਹ ਸੈਲੀਬ੍ਰਿਟੀ ਹੈਗੇ ਨੇ ਇਹਨਾਂ ਦੇ ਮਗਰ ਮਤਲਬ ਕਿ ਲੋਕੀ ਲੱਗਦੇ ਹੈਗੇ ਨੇ ਵੀ ਕੀ ਇਹ ਸਿਰਫ ਮੰਚ ਤੇ ਬੈਠਣ ਵਾਸਤੇ ਜਾਂ ਭੀੜ ਇਕੱਠੀ ਕਰਨ ਵਾਸਤੇ ਜਾਂ ਲੋਕਾਂ ਨੂੰ ਖਿੱਚਣ ਦੇ ਵਾਸਤੇ ਤਾਂ ਨਹੀਂ ਮਤਲਬ ਕਿ ਇਕੱਠੇ ਕੀਤੇ ਹੋਏ। ਪਰ ਉੱਥੇ ਹਰੇਕ ਨੇ ਆਪਣੇ ਤਰਫੋਂ 2-2 ਮਿੰਟ ਗੱਲ ਕੀਤੀ ਵੀ ਅਸੀਂ ਜਿਹੜੇ ਠੀਕ ਹੈ ਕਿ ਵੀ ਮਤਲਬ ਕਿ ਸਾਡੇ ਨਾਲ ਲੋਕ ਜੁੜੇ ਹੋਏ ਨੇ ਪਰ ਅਸੀਂ ਪੂਰੀ ਗੰਭੀਰਤਾ ਦੇ ਨਾਲ ਜਿਵੇਂ ਉਹਨਾਂ ਨੇ ਆਪਣੇ ਤਜਰਬੇ ਵੀ ਦੱਸੇ ਵੀ ਜੇ ਸਾਡੇ ਗਾਣ ਦਾ ਵੀ ਤੁਸੀਂ ਰਿਕਾਰਡ ਦੇਖ ਲਓ ਸਾਰਿਆਂ ਦਾ ਆਪਾਂ ਰਿਕਾਰਡ ਦੇਖੀਏ ਤਾਂ ਸਾਰਿਆਂ ਦਾ ਜਿਹੜੇ ਗਾਣ ਦਾ ਰਿਕਾਰਡ ਹੈਗਾ ਉਹ ਲੱਚਰ ਗਾਇਕੀ ਵਾਲਾ ਨਹੀਂ ਹੈਗਾ। ਸਾਰਿਆਂ ਨੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਚਾਹੇ ਉਹਨਾਂ ਨੇ ਨਸ਼ਿਆਂ ਦੀ ਕੀਤੀ ਹੈ ਤੇ ਬਾਕੀ ਆਪਾਂ ਜੇ ਕਹੀਏ ਕਿ ਆਪਾਂ ਜਦੋਂ ਅੰਦੋਲਨ ਸ਼ੁਰੂ ਹੋਇਆ ਪਿਛਲੇ 1 ਸਾਲ ਪਹਿਲਾਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜਦੋਂ ਉੱਥੇ ਅੰਦੋਲਨਕਾਰੀ ਆਪਣੇ ਪੰਜਾਬ ਤੋਂ ਪਹੁੰਚ ਰਹੇ ਸੀਗੇ ਤਾਂ ਉੱਥੇ ਜਿਹੜੇ ਗੀਤ ਸੀਗੇ ਉਹ ਗੀਤ ਹੌਲੀ ਹੌਲੀ ਉਹਨਾਂ ਦੀ ਸੁਰ ਬਦਲੀ ਉਹਨਾਂ ਗੀਤਾਂ ਦੇ ਵਿੱਚ ਵੀ ਇਹਨਾਂ ਗਾਇਕਾਂ ਦਾ ਇਹਨਾਂ ਦੇ ਮਤਲਬ ਗੀਤ ਦਾ ਕਾਫੀ ਵੱਡਾ ਯੋਗਦਾਨ ਰਿਹਾ ਹੈਗਾ ਜਿਨ੍ਹਾਂ ਨੇ ਉਹ ਸੁਰ ਨੂੰ ਬਦਲਿਆ। ਜਿਹੜੀ ਪੰਜਾਬ ਦੇ ਵਿੱਚ ਬੰਦੂਕ ਤੇ ਸ਼ਰਾਬ ਵਾਲੀ ਜਿਹੜੀ ਗਾਇਕੀ ਸੀਗੀ ਉਹਨੂੰ ਕੱਢ ਕੇ ਉਹਨਾਂ ਨੇ ਮਤਲਬ ਕਿ ਨੌਜਵਾਨਾਂ ਨੂੰ ਇੱਕ ਨਵੇਂ ਮਤਲਬ ਕਿ ਮੁਹਾਵਰੇ ਦੇ ਵਿੱਚ ਲਿਆਂਦਾ। ਇਹ ਇੱਕ ਉਹਨਾਂ ਦਾ ਬੜਾ ਯੋਗਦਾਨ ਸੀਗਾ। ਤੇ ਬਾਕੀ ਜਿਹੜੀ ਗੱਲ ਮੈਂ ਹੋਰ ਇੱਥੇ ਐਡ ਕਰਦਾ ਕੁਦਰਤੀ ਵੀ ਜਿਹੜੇ ਇਹ ਹੈਗੇ ਨੇ ਯੂਥ ਇਹਨਾਂ ਦੇ ਮਗਰ ਲੱਗਦਾ ਹੈਗਾ ਤੇ ਆਪਾਂ ਦੂਜੇ ਪਾਸੇ ਦੇਖੀਏ ਵੀ ਜੇ ਯੂਥ ਮਗਰ ਲੱਗਦਾ ਹੈਗਾ ਇਹਨਾਂ ਦੇ ਤੇ ਸਾਨੂੰ ਯੂਥ ਦੀ ਲੋੜ ਵੀ ਹੈਗੀ ਹੈ। ਅਸੀਂ ਹੌਲੀ ਹੌਲੀ ਯੂਥ ਨੂੰ ਤੋੜਤਾ ਹੈਗਾ। ਆਪਾਂ ਕਿੰਨੀਆਂ ਹੀ ਜਥੇਬੰਦੀਆਂ ਦੇਖ ਸਕਦੇ ਹੈਗੇ ਆ ਹਰ ਵਾਰੀ ਉਹਨਾਂ ਦੀ ਗੱਲ ਹੁੰਦੀ ਹੈ ਵੀ ਤੁਹਾਡੇ ਪਲੇਟਫਾਰਮ ਤੇ ਲੋਕ ਇਕੱਠੇ ਹੁੰਦੇ ਨੇ ਸਾਰੇ ਦੇ ਸਾਰੇ ਉਹੀ 60 70 80 ਸਾਲ ਵਾਲੇ ਬੰਦੇ ਹੁੰਦੇ ਆ। ਉਹ ਇੱਕ ਬ੍ਰੈਕਟ ਹੁੰਦੀ ਹੈ ਜਦੋਂ ਮਤਲਬ ਕਿ ਯੂਥ ਗਾਇਬ ਹੁੰਦਾ ਹੈਗਾ ਉਹਨਾਂ ਉੱਥੇ। ਪਰ ਯੂਥ ਕਿਉਂ ਨਹੀਂ ਹੁੰਦਾ ਪਰ ਅਸੀਂ ਕਿਉਂ ਨਹੀਂ ਯੂਥ ਨੂੰ ਜੋੜ ਰਹੇ ਵੀ ਯੂਥ ਨੂੰ ਅਸੀਂ ਪਹਿਚਾਣਿਆ ਨਹੀਂ। ਯੂਥ ਦਾ ਮਨ ਦੀ ਅਵਸਥਾ ਕੀ ਹੈ ਉਹ ਕੀ ਚਾਹੁੰਦਾ ਹੈਗਾ ਕਿਹੋ ਜਿਹੇ ਮੁੱਦੇ ਚਾਹੁੰਦਾ ਹੈਗਾ ਉਹਨਾਂ ਦੀ ਗੱਲ ਕਿਉਂ ਨਹੀਂ ਹੋ ਰਹੀ। ਉਹਨਾਂ ਦੀ ਗੱਲ ਕਰਨ ਦੀ ਲੋੜ ਹੈਗੀ ਹੈ। ਉਹ ਪਹਿਲਾਂ ਚਲੋ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਹੈਗੀ ਹੈ। ਸਵਾਲ ਹੈ ਕਿ ਪਹਿਲਾਂ ਅਸੀਂ ਉਹਨਾਂ ਨੂੰ ਉਸ ਲੱਚਰ ਗਾਇਕੀ ਵਿੱਚੋਂ ਦੀ ਕੱਢਿਆ ਜਾਂ ਮਤਲਬ ਕਿ ਉਹਨਾਂ ਮੁੱਦਿਆਂ ਤੋਂ ਮਤਲਬ ਕਿ ਜਿੱਥੇ ਭਟਕ ਰਹੇ ਸੀਗੇ ਨਸ਼ਿਆਂ ਦੀ ਹੁਣ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਉੱਥੇ 1 ਸਾਲ ਤੱਕ ਇੰਨਾ ਯੂਥ ਮਤਲਬ ਕਿ ਅੰਦੋਲਨ ਵਿੱਚ ਪਹੁੰਚਿਆ ਹੈਗਾ ਪਰ ਕਿਤੇ ਇਹ ਜਿਹੀ ਗੱਲ ਨਹੀਂ ਹੈ ਵੀ ਸਾਨੂੰ ਕੋਈ ਯੂਥ ਜਿਹੜੇ ਹੈਗੇ ਨੇ ਨੌਜਵਾਨ ਰਾਤ ਨੂੰ ਮਤਲਬ ਕਿ ਸ਼ਰਾਬ ਪੀ ਕੇ ਡਿੱਗੇ ਹੋਏ ਵੀ ਮਿਲੇ ਹੋਣ। ਤਾਂ ਇਹ ਇੱਕ ਆਪਣੇ ਆਪ ਦੇ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਜਿਹੜਾ ਕਿ ਪੰਜਾਬ ਖਾਸ ਤੌਰ ਤੇ ਨੌਜਵਾਨਾਂ ਨੂੰ ਲੈ ਕੇ ਬੜਾ ਬਦਨਾਮ ਸੀਗਾ ਵੀ ਇੱਥੇ ਬਹੁਤ ਸਾਰੇ ਲਗਭਗ ਸਾਰਾ ਹੀ ਪੰਜਾਬ ਸ਼ਰਾਬ ਪੀਂਦਾ ਜਾਂ ਨਸ਼ੇ ਕਰਦਾ ਹੈਗਾ ਨੌਜਵਾਨਾਂ ਦੇ ਮਾਮਲੇ ਦੇ ਵਿੱਚ। ਤੇ ਉਹਨੇ ਇੱਕ ਸਾਬਤ ਕੀਤਾ ਹੈਗਾ ਕਿ ਨੌਜਵਾਨ ਹੋਰ ਵੀ ਵਧੀਆ ਕੰਮ ਕਰ ਸਕਦਾ ਹੈ। ਤੇ ਮੈਨੂੰ ਤਾਂ ਵਿਸ਼ਵਾਸ ਹੈ ਕਿਉਂਕਿ ਮੈਂ ਇੱਥੇ ਮੈਡੀਕਲ ਕਾਲਜ ਦੇ ਵਿੱਚ ਬੱਚਿਆਂ ਦੇ ਨਾਲ ਹੀ ਰਹਿਣਾ। 17 ਤੋਂ 21 ਸਾਲ ਦੇ ਬੱਚੇ ਨੇ ਹਰ ਵਕਤ ਮੇਰੇ ਕੋਲ ਰਹਿੰਦੇ ਆ। 17 ਸਾਲ ਦੀ ਐਡਮਿਸ਼ਨ ਹੁੰਦੀ ਹੈ ਉਹਨਾਂ ਦੀ 21 ਸਾਲ ਦੇ ਉਹ ਪਾਸ ਕਰਕੇ MBBS ਨਿਕਲਦੇ ਹੈਗੇ ਨੇ। ਤਾਂ ਮੈਂ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਦੇਖਿਆ ਵੀ ਹੈ ਨਜ਼ਦੀਕੀ ਤੋਂ ਦੇਖਿਆ ਵੀ ਹੈ ਗੱਲਾਂ ਵੀ ਕੀਤੀਆਂ ਨੇ ਕਈ ਵਾਰ ਉਹਨਾਂ ਤੋਂ ਸਵਾਲ ਵੀ ਪੁੱਛੇ ਨੇ ਸਰਵੇ ਵੀ ਕੀਤਾ ਹੈਗਾ। ਉਹਨਾਂ ਦਾ ਕ੍ਰਾਈਸਿਸ ਹੈਗਾ ਕਿ ਉਹਨਾਂ ਦੇ ਕੋਲ ਕੋਈ ਨਿਸ਼ਾਨਾ ਨਹੀਂ ਹੈਗਾ। ਨਿਸ਼ਾਨਾ ਮਤਲਬ ਵੀ ਕਿਹੋ ਜਿਹਾ ਬਣਨ ਆਈਡੀਅਲ ਨਹੀਂ ਹੈਗਾ ਕੋਈ। ਆਪਾਂ ਕਹਿ ਸਕਦੇ ਵੀ ਉਹਨਾਂ ਕੋਲ ਕੋਈ ਆਈਡੀਅਲ ਨਹੀਂ ਹੈਗਾ। ਤੇ ਜੇ ਫਿਰ ਉਹਨਾਂ ਦੇ ਆਈਡੀਅਲ ਜੇ ਉਹਨਾਂ ਦੇ ਆਈਡੀਅਲ ਗਾਇਕ ਨੇ ਤਾਂ ਮਤਲਬ ਕਿ ਜੇ ਆਈਡੀਅਲ ਗਾਇਕ ਨੇ ਤੇ ਵਧੀਆ ਗਾਇਕ ਨੇ ਤੇ ਚੰਗੇ ਗਾਇਕ ਨੇ ਤਾਂ ਸਾਨੂੰ ਕੋਈ ਹਰਜ ਨਹੀਂ ਹੈਗਾ ਵੀ ਉਹਨਾਂ ਨੂੰ ਨਾਲ ਜੋੜਨਾ ਚਾਹੀਦਾ ਹੈਗਾ ਤੇ ਫਿਰ ਉਹਨਾਂ ਨੂੰ ਮੁੱਦੇ ਦੇਣੇ ਚਾਹੀਦੇ ਨੇ ਵੀ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। ਇਸ ਕਰਕੇ ਇਹਨਾਂ ਦਾ ਇੱਕ ਮਹੱਤਵ ਹੈਗਾ। ਜਿਹੜੇ ਵੀ ਗਾਇਕ ਬੈਠੇ ਸੀਗੇ ਜਾਂ ਮਤਲਬ ਆਪਾਂ ਕਹਿ ਸਕਦੇ 3-4 ਗਾਇਕ ਸੀਗੇ 3-4 ਉਹਨਾਂ ਦੇ ਵਿੱਚੋਂ ਦੀ ਐਕਟਰ ਵੀ ਸੀਗੇ ਜਿਵੇਂ ਗੁਲਪਨਾਗ ਹੈਗੀ ਹੈ ਅਮਿਤੋਜ ਮਾਨ ਆਪ ਐਕਟਰ ਹੈਗਾ ਮਤਲਬ ਕਿ ਬੱਬੂ ਮਾਨ ਨੇ ਵੀ ਫਿਲਮ ਬਣਾਈ ਹੈਗੀ ਹੈ ਇਸ ਤਰ੍ਹਾਂ ਦੀ ਮਤਲਬ ਹੈਗੀ ਹੈ। ਡਾਕਟਰ ਸਾਹਿਬ ਤੁਹਾਡੀ ਬੜੀ ਗੱਲ ਖੂਬਸੂਰਤ ਹੈ ਕਿ ਇਹ ਜਿਹੜਾ ਜੂਝਦਾ ਪੰਜਾਬ ਦੇ ਮੰਚ ਦੀ ਸਥਾਪਨਾ ਵਾਲੇ ਪਾਸੇ ਤੁਸੀਂ ਤੁਰੇ ਹੋ ਉਹ ਕੋਈ ਬਿਲਕੁਲ ਵਿਲੱਖਣ ਨਹੀਂ ਹੈ। ਉਹਨੇ ਕਿਸਾਨੀ ਅੰਦੋਲਨ ਕੋਲੋਂ ਸ਼ਕਤੀ ਲਈ ਹੈ ਤੇ ਕਿਸਾਨੀ ਅੰਦੋਲਨ ਨੇ ਜੋਸ਼ ਤੇ ਹੋਸ਼ ਦਾ ਨੌਜਵਾਨੀ ਦਾ ਤੇ ਬਜ਼ੁਰਗੀ ਦਾ ਆਪਸ ਵਿੱਚ ਇੱਕ ਸਾਰੀ ਸ਼ਕਤੀ ਦਾ ਸੰਗਮ ਜਿਹੜਾ ਉਹ ਪੈਦਾ ਕੀਤਾ ਹੈ। ਉਸ ਸੰਗਮ ਦੀ ਨਿਰੰਤਰਤਾ ਦੇ ਵਿੱਚ ਹੀ ਤੁਹਾਡਾ ਜੂਝਦਾ ਪੰਜਾਬ ਦੇ ਵਿੱਚ ਜਿੰਨੇ ਕੁ ਲੋਕ ਅੱਗੇ ਬੈਠੇ ਹੋ ਔਰ ਆਪਣਾ ਯਤਨ ਕਰ ਰਹੇ ਹੋਰ ਲੋਕਾਂ ਨੂੰ ਜੋੜਨ ਵਾਸਤੇ ਉਹਦੀ ਹੀ ਇੱਕ ਕਹਿ ਸਕਦੇ ਹਾਂ ਇਹ ਪਿੱਠ ਭੂਮੀ ਹੈਗੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਤੁਸੀਂ ਏਜੰਡੇ ਦੀ। ਏਜੰਡਾ ਤੇ ਸਾਰੀਆਂ ਹੀ ਰਵਾਇਤੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਕੋਲ ਹੈ ਤੇ ਇਸ ਏਜੰਡੇ ਦੇ ਨੂੰ ਆਪਾਂ ਕਿਵੇਂ ਦੇਖੀਏ ਵੀ ਇਹ ਏਜੰਡਾ ਜਿਹੜਾ ਉਹ ਕੁਝ ਸਮਾਜ ਨੂੰ ਪੰਜਾਬ ਨੂੰ ਦੇ ਸਕੇਗਾ।
नहीं देखो एजेंडा जी गल कर रहे हो मैनीफेस्टो होंदा हैगा ਉਹ ਮੈਨੀਫੈਸਟੋ ਜਾਂ ਮਤਲਬ ਕਿ ਦੇਖੋ ਉਹਦੇ ਅੱਧੇ ਤਾਂ ਉਹਦੇ ਜਿਹੜੇ ਮੈਨੀਫੈਸਟੋ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਹ ਹੁੰਦੇ ਨੇ ਮੁਫਤ ਅਸੀਂ ਆ ਦਿਆਂਗੇ, ਅਸੀਂ ਰੋਟੀ ਦਾ ਮਤਲਬ ਕਿ ਸਕੀਮ ਚਲਾਵਾਂਗੇ, ਅਸੀਂ ਮਤਲਬ ਕਿ ਔਰਤਾਂ ਨੂੰ ਮਤਲਬ ਕਿ ਆਹ ਚੀਜ਼ ਦਿਆਂਗੇ। ਜਿਵੇਂ ਹੁਣ ਆਪਾਂ ਦੇਖ ਸਕਦੇ ਆਮ ਆਦਮੀ ਪਾਰਟੀ ਵਾਲੇ 1000 ਰੁਪਇਆ ਦੇ ਰਿਹਾ, ਮਤਲਬ ਕਿ ਜਿਹੜੇ ਅਕਾਲੀ ਦਲ ਵਾਲੇ 2000 ਰੁਪਇਆ ਦੇ ਰਿਹਾ, ਕੋਈ 300 ਯੂਨਿਟ ਬਿਜਲੀ ਦੇ ਫ੍ਰੀ ਕਰ ਰਿਹਾ, ਕੋਈ ਫ੍ਰੀ ਕਰ ਰਿਹਾ ਹੈਗਾ। ਇਸ ਮੁੱਦੇ ਦੇ ਇਹਦੇ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਗੱਲ ਹੈ ਵੀ ਸਾਨੂੰ ਇਸ ਰਾਹ ਤੇ ਤੁਰਨਾ ਚਾਹੀਦਾ ਹੈ। ਜੇ ਆਪਾਂ ਮਤਲਬ ਕਹੀਏ ਕਿ ਵੀ ਸਿਹਤ ਦੀ ਗੱਲ ਹੈਗੀ ਵੀ ਸਿਹਤ ਦੇ ਵਿੱਚ ਜਿਵੇਂ ਮੈਂ ਕਿਉਂਕਿ ਉੱਥੇ ਸਿਹਤ ਦੇ ਉੱਤੇ ਗੱਲ ਕੀਤੀ ਹੈ ਜਾਂ ਉਹਨੇ ਜੋ ਪਾਰਟ ਹੈਗਾ ਵੀ ਸਾਡੇ ਕੋਲ ਖੂਬਸੂਰਤ ਬੜਾ ਇੱਕ ਵਧੀਆ ਸਟਰਕਚਰ ਹੈਗਾ, ਸਾਡੇ ਕੋਲ ਸਬ ਸੈਂਟਰ ਹੈਗੇ ਨੇ, ਸਾਡੇ ਕੋਲ ਸਬਸਿਡਰੀ ਹੈਲਥ ਸੈਂਟਰ ਹੈਗੇ ਨੇ, ਉਸ ਤੋਂ ਉੱਪਰ ਪ੍ਰਾਇਮਰੀ ਹੈਲਥ ਸੈਂਟਰ ਹੈਗੇ ਨੇ, ਕਮਿਊਨਿਟੀ ਹੈਲਥ ਸੈਂਟਰ ਹੈਗੇ ਨੇ, ਡਿਸਟ੍ਰਿਕਟ ਹਸਪੀਟਲ ਹੈਗੇ ਨੇ, ਮੈਡੀਕਲ ਕਾਲਜ ਹੈਗੇ ਨੇ, ਸਾਡੇ ਕੋਲ ਪੂਰੀ ਚੇਨ ਹੈਗੀ ਹੈ। ਆਪਾਂ ਪਿੰਡ ਤੋਂ ਲੈ ਕੇ ਤੇ ਮੈਡੀਕਲ ਕਾਲਜਾਂ ਤੱਕ, ਇੱਥੋਂ ਤੱਕ ਆਪਾਂ ਜੇ ਚੰਡੀਗੜ੍ਹ ਦਾ ਏਮਸ ਵੀ ਕਹੀਏ, ਆਪਾਂ ਜਿਹੜਾ PGI ਵੀ ਕਹੀਏ, ਉਹ ਵੀ ਪੰਜਾਬ ਦਾ ਇੱਕ ਹਿੱਸਾ ਹੈਗਾ ਵੀ ਜੇ ਇੱਥੋਂ ਦੀ ਰੈਫਰ ਹੋ ਕੇ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਇਹ ਨਹੀਂ ਸਮਝਿਆ ਜਾਂਦਾ ਵੀ ਤੁਸੀਂ ਕਿਤੋਂ ਬਾਹਰੋਂ ਆਏ ਹੈਗੇ ਹੋ। ਯਾਨੀ ਕਿ ਇਸ ਚੇਨ ਨੂੰ ਸਿਰਫ ਮਜ਼ਬੂਤ ਕਰਨ ਦੀ ਲੋੜ ਹੈਗੀ ਹੈ। ਤੁਸੀਂ ਦੇਖੋ ਵੀ ਇਹਨਾਂ ਦੇ ਸਭ ਤੋਂ ਵੱਡੀ ਘਾਟ ਕੀ ਹੈ ਕਿ ਕਿਤੇ ਵੀ ਪੂਰਾ ਸਟਾਫ ਨਹੀਂ ਹੈਗਾ। ਇੱਥੋਂ ਤੱਕ ਕਿ ਜਿਹੜਾ ਸਾਡਾ ਪੇਂਡੂ ਲੈਵਲ ਦਾ ਵੀ ਸਬ ਸੈਂਟਰ ਹੈਗਾ ਜਿੱਥੇ ਇੱਕ ਮੇਲ ਵਰਕਰ ਤੇ ਫੀਮੇਲ ਵਰਕਰ ਹੋਣਾ ਚਾਹੀਦਾ ਹੈ। ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸੈਂਟਰ ਹੈਗੇ ਨੇ ਤਕਰੀਬਨ 2900 ਸੈਂਟਰ ਹੈਗਾ, ਤੁਹਾਨੂੰ 2900 ਸੈਂਟਰਾਂ ਦੇ ਉੱਤੇ ਪੂਰੇ ਦੇ ਪੂਰੇ ਮੇਲ ਵਰਕਰ ਤੇ ਪੂਰੇ ਦੇ ਪੂਰੇ ਫੀਮੇਲ ਵਰਕਰ, ਮੇਲ ਤੇ ਫੀਮੇਲ ਵਰਕਰ ਦੋ ਹੀ ਪੋਸਟਾਂ ਨੇ, ਉਹ ਦੋਨੇ ਤੁਹਾਨੂੰ ਨਹੀਂ ਮਿਲਣਗੀਆਂ। ਬਾਕੀ ਆਪਾਂ ਜੇ ਹਸਪਤਾਲਾਂ ਤੇ ਆ ਜਾਈਏ, ਕਮਿਊਨਿਟੀ ਹੈਲਥ ਸੈਂਟਰ ਜਿਹੜਾ ਹੈਗਾ ਉਹ ਇੱਕ ਪ੍ਰਾਇਮਰੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ CHC ਬਣਾਉਣੀ ਸੀਗੀ। ਉੱਥੇ ਮਤਲਬ ਕਿ 4 ਡਾਕਟਰ ਚਾਹੀਦੇ ਨੇ, ਤੁਹਾਨੂੰ ਕੋਈ CHC ਇੱਕ ਵੀ ਨਹੀਂ ਹੈਗੀ ਪੰਜਾਬ ਦੀ ਜਿੱਥੇ 4 ਡਾਕਟਰ ਹੋਣ, 4 ਸਪੈਸ਼ਲਿਟੀਜ਼ ਦੇ। ਉਹ ਕਿਹੜੀਆਂ ਸਪੈਸ਼ਲਿਟੀ ਨੇ ਉਹਦੇ ਨਾਲ ਜਾਂਦੇ ਹੋਏ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਇਹਨਾਂ ਜਿਹੜੇ ਮੁੱਦੇ ਮਤਲਬ ਕਿ ਲਏ ਗਏ ਨੇ, ਚਾਹੇ ਉਹ ਸਿੱਖਿਆ ਦਾ ਹੈਗਾ ਤੇ ਚਾਹੇ ਉਹ ਮਤਲਬ ਕਿ ਆਪਣੇ ਸਿਹਤ ਦਾ ਹੈਗਾ ਤੇ ਚਾਹੇ ਉਹ ਖੇਤੀ ਦਾ ਹੈਗਾ ਤੇ ਚਾਹੇ ਮਤਲਬ ਕਿ ਹੋਰ ਮੁੱਦੇ ਮਤਲਬ ਕਿ ਇਸ 'ਚ ਲਏ ਗਏ ਨੇ ਵਾਤਾਵਰਨ ਨੂੰ ਲੈ ਕੇ, ਉਹਦੇ ਵਿੱਚ ਇਹ ਸੁਝਾਇਆ ਗਿਆ ਵੀ ਆਹ ਕੀਤਾ ਜਾਵੇ, ਇਹਦਾ ਬਜਟ ਵਧਾਇਆ ਜਾਵੇ, ਹਰ ਸਟਾਫ ਪੂਰਾ ਕੀਤਾ ਜਾਵੇ। ਉੱਥੇ ਜਿਹੜੀਆਂ ਹੋਰ ਲੋੜਾਂ ਹੈਗੀਆਂ ਨੇ ਮਤਲਬ ਕਿ ਜਿਵੇਂ ਆਪਰੇਸ਼ਨ ਥੀਏਟਰ ਦੀ ਲੋੜ ਹੈ, ਆਕਸੀਜਨ ਦੀ ਲੋੜ ਹੈਗੀ ਹੈ, ਦਵਾਈਆਂ ਦੀ ਲੋੜ ਹੈਗੀ ਹੈ, ਇਹ ਸਾਰੀਆਂ ਜਿਹੜੀਆਂ ਨੇ ਉੱਥੇ ਮੁਹੱਈਆ ਕਰਵਾਈਆਂ ਜਾਣ। ਇਹ ਇੱਥੇ ਇਹ ਦੱਸਿਆ ਗਿਆ। ਜਿਵੇਂ ਮਤਲਬ ਕਿ ਉਹਦੇ 'ਚ ਇੱਕ ਮੁੱਦਾ ਹੋਏਗਾ ਵੀ ਜਿਹੜਾ ਰੇਤਾ ਹੈਗਾ ਮਤਲਬ ਕਿ ਉਹ ਜਿਹੜਾ ਹੈਗਾ ਉਹ ਮੁਫਤ ਮਤਲਬ ਕਿ ਜਿਹੜਾ ਹੈਗਾ ਨਾ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ। ਕਿਸੇ ਵਕਤ ਮੁਫਤ ਮਿਲਦਾ ਸੀਗਾ ਤੇ ਵੀ ਕਿਉਂਕਿ ਇਹ ਸਾਡਾ ਹੀ ਆਪਣੇ ਪੰਜਾਬ ਦੇ ਲੋਕਾਂ ਦਾ ਹੀ ਜਿਹੜਾ ਇਹ ਜਿਹੜੀ ਹੈਗੀ ਆਪਾਂ ਜੋ ਕਹਿੰਦੇ ਹਾਂ ਵੀ ਜਿਹੜੇ ਕੁਦਰਤੀ ਸਰਮਾਏ ਨੇ ਉਹ ਸਾਡੇ ਸਾਰਿਆਂ ਦੇ ਸਾਂਝੇ ਨੇ। ਤਾਂ ਕਹਿਣ ਦਾ ਮਤਲਬ ਜਿਹੜੀ ਉੱਥੋਂ ਦੀ ਨਿਕਲਣ ਦੀ ਹੈਗੀ ਹੈ ਮਤਲਬ ਕਿ ਜਾਂ ਟਰਾਂਸਪੋਰਟ ਦਾ ਜੋ ਜਿੰਨਾ ਕੋਈ ਖਰਚਾ ਹੈਗਾ ਉਹਨੂੰ ਕੀਤਾ ਜਾਵੇ। ਐਵੇਂ ਟੋਲ ਟੈਕਸ ਦੇ ਉੱਤੇ ਵੀ ਗੱਲ ਕੀਤੀ ਗਈ, ਜਿਹੜੇ ਟੋਲ ਪਲਾਜ਼ੇ ਬਣਾਏ ਗਏ ਨੇ ਇਹ ਬੰਦ ਹੋਣੇ ਚਾਹੀਦੇ ਨੇ। ਉਹ ਟੋਲ ਪਲਾਜ਼ਿਆਂ ਜਿਹੜੇ ਹੈਗੇ ਨੇ ਉਹਨਾਂ ਨੇ ਮਤਲਬ ਕਿ ਇਹ ਕਿਹਾ ਕਿ ਵੀ ਉਹ ਟੋਲ ਪਲਾਜ਼ਿਆਂ ਉੱਤੇ ਬਹੁਤੇ ਸਾਰੇ ਜਿਹੜਾ ਕੰਮ ਨੇ ਉਹ ਜਿਹੜੇ ਵੱਡੇ ਟੈਂਕਰ ਜਿਹੜੇ ਮਤਲਬ ਕਿ ਫੈਕਟਰੀਆਂ ਨੂੰ ਸਮਾਨ ਸਪਲਾਈ ਕਰਦੇ ਨੇ ਜਾਂ ਫੈਕਟਰੀ ਦਾ ਸਮਾਨ ਢੋਂਦੇ ਹੈਗੇ ਨੇ, ਠੀਕ ਹੈ ਜੀ, ਉਹਨਾਂ ਤੋਂ ਮਤਲਬ ਕਿ ਕੋਈ ਨਾ ਕੋਈ ਤਰੀਕਾ ਲੱਭ ਕੇ ਤੇ ਉਹਨਾਂ ਤੋਂ ਜਿਹੜੇ ਨੇ ਉਹ ਵਸੂਲੇ ਜਾਣ। ਟੋਲ ਦਾ ਜਿਹੜਾ ਵੀ ਖਰਚਾ ਹੈਗਾ ਜਾਂ ਸੜਕਾਂ ਦੀ ਮੇਨਟੇਨੈਂਸ ਦਾ ਖਰਚਾ ਹੈਗਾ ਉਹਨਾਂ ਤੋਂ ਵਸੂਲਿਆ ਜਾਵੇ ਤੇ ਆਮ ਲੋਕਾਂ ਦੇ ਵਾਸਤੇ ਜਿਹੜੇ ਨੇ ਇਹ ਬੋਝ ਨਾ ਪਾਇਆ ਜਾਵੇ। ਇਸ ਤਰ੍ਹਾਂ ਮਤਲਬ ਕਿ ਹਰੇਕ ਮੁੱਦੇ ਨੂੰ ਲੈ ਕੇ ਉਸ ਗੰਭੀਰਤਾ ਦੇ ਨਾਲ ਇੱਕ ਮੁੱਦੇ ਉੱਤੇ ਵੀ ਆਪਾਂ ਕਰਨਾ ਕੀ ਚਾਹੁੰਦੇ ਹੈਗੇ, ਕੀ ਹੋਣਾ ਚਾਹੀਦਾ ਹੈਗਾ। ਦੂਜੇ ਹੈਗੇ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੀ ਸ਼ਕਤੀ ਅਸੀਂ ਆਪਾਂ ਕਹਿ ਰਹੇ, ਮੈਂ ਜਿਹੜੀ ਗੱਲ ਕਰਦਾ ਵੀ ਆਪਾਂ ਲਈ ਕਿਸਾਨ ਅੰਦੋਲਨ ਤੋਂ ਗੱਲ ਹੋਈ ਹੈਗੀ ਹੈ ਵੀ ਇਹ ਇੱਕ ਪ੍ਰੈਸ਼ਰ ਗਰੁੱਪ ਹੈਗਾ। ਜਿਵੇਂ ਉਹਨਾਂ ਨੇ ਮਤਲਬ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਦਬਾਅ ਬਣਾ ਕੇ ਰੱਖਿਆ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਮਤਲਬ ਕਿ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਕੋਈ ਵਿਕਣਾ ਨਹੀਂ, ਕਿਸੇ ਦੇ ਕੋਲ ਨਹੀਂ ਜਾਣਾ, ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜਾ ਕੇ ਨਹੀਂ ਖੜਨਾ। ਪੋਲੀਟੀਕਲ ਪਾਰਟੀ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਇੱਥੇ ਆਉਣ ਨਹੀਂ ਦੇਣਾ ਜਾਂ ਆ ਗਏ ਤਾਂ ਬੈਠਣ ਸਾਡੇ ਨਾਲ ਬੈਠ ਜਾਣ, ਬੋਲਣ ਨਹੀਂ ਦਿਆਂਗੇ ਸਟੇਜ ਤੇ ਚੱਲਣ ਦੇ ਵਾਸਤੇ। ਉਸੇ ਤਰੀਕੇ ਨਾਲ ਇਹਦੇ 'ਚ ਬੜਾ ਮਤਲਬ ਕਿ ਕੈਟੇਗੋਰੀਕਲੀ ਬੜੇ ਸਪਸ਼ਟ ਤੌਰ ਤੇ ਸਾਰਿਆਂ ਨੇ ਮਤਲਬ ਕਿ ਇਹ ਤੈਅ ਕਰਕੇ ਉੱਥੇ ਬੈਠੇ ਸੀਗੇ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਨਾ ਇੱਥੇ ਕੁਰਸੀ ਲੈਣ ਦੀ ਮਨਸ਼ਾ ਨਾਲ ਨਹੀਂ ਬੈਠਾ ਹੋਇਆ। ਅਸੀਂ ਤੇ ਸਿਰਫ ਇੱਕ ਪ੍ਰੈਸ਼ਰ ਗਰੁੱਪ ਮਤਲਬ ਕਿ ਬਣਾਉਣ ਦੇ ਵਾਸਤੇ ਸਾਰੇ ਇਕੱਠੇ ਹੋਏ ਆ। ਮੈਂ ਉਹ ਉਸੇ ਦਿਨ ਨਿਕਾਲੀ ਮੇਰਾ ਇੱਕ ਆਰਟੀਕਲ ਛਪਿਆ ਸੀਗਾ ਵੀ ਜਿੱਤ ਲੜਦੇ ਲੋਕਾਂ ਦੀ, ਡਟ ਕੇ ਖੜਦੇ ਲੋਕਾਂ ਦੀ, ਸ਼ਾਇਦ ਤੁਸੀਂ ਪੰਜਾਬੀ ਟ੍ਰਿਬਿਊਨ 'ਚ ਦੇਖਿਆ ਹੋਵੇ। ਉਸ 'ਚ ਮੈਂ ਇੱਕ ਗੱਲ ਖਾਸ ਤੌਰ ਤੇ ਇਹ ਜਿਹੜੀ ਮਤਲਬ ਕਿ ਮੈਂ ਮਹਿਸੂਸ ਕੀਤੀ ਹੈਗੀ ਹੈ ਵੀ ਦੇਖੋ ਸੰਸਦ ਦੇ ਜਾਂ ਵਿਧਾਨ ਸਭਾ ਦੇ ਵਿੱਚ ਲੋਕੀ ਚੁਣੇ ਹੋਏ ਉੱਥੇ ਬੈਠਦੇ ਨੇ, ਉੱਥੇ ਬੈਠ ਕੇ ਕਾਨੂੰਨ ਬਣਾਉਂਦੇ ਨੇ। ਉਹ ਕਾਨੂੰਨ ਬਣਾਉਂਦੇ ਨੇ ਉਹ ਮਤਲਬ ਕਿ ਉਹ ਕਾਨੂੰਨ ਆਪਾਂ ਜੇ ਕਹਿੰਦੇ ਆ ਵੀ ਸਾਨੂੰ ਪੋਲੀਟਿਕਸ ਵਿੱਚ ਆਉਣਾ ਚਾਹੀਦਾ ਹੈ, ਉਹਨਾਂ ਸੀਟਾਂ ਤੇ ਬੈਠਣਾ ਚਾਹੀਦਾ ਹੈਗਾ ਜਿੱਥੇ ਕਾਨੂੰਨ ਬਣਦੇ ਨੇ ਤਾਂ ਕਿ ਕਾਨੂੰਨ ਬਣਨ ਹੀ ਵਧੀਆ। ਪਰ ਦੂਜੇ ਪਾਸੇ ਹੈ ਕਿ ਜੇ ਅਸੀਂ ਉੱਥੇ 117 ਬੰਦੇ ਬਿਠਾਣੇ ਆ ਜਾਂ 540 ਬੰਦੇ ਉੱਥੇ ਬਿਠਾਣੇ ਹੈਗੇ ਸੰਸਦ ਦੇ ਵਿੱਚ, ਉਹਨਾਂ ਨੇ ਬਹਿਣਾ ਹੀ ਹੈ ਉੱਥੇ ਕੋਈ ਨਾ ਕੋਈ ਬੈਠੂਗਾ। ਪਰ ਜੇ ਇੱਕ ਬਾਹਰ ਇੱਕ ਦਬਾਅ ਹੋਊਗਾ ਤਾਂ ਉਹ ਅੰਦਰ ਬੈਠ ਕੇ ਉਹ ਜਿਹੇ ਕਾਨੂੰਨ ਬਣਾਏ ਨਹੀਂ ਸਕਣਗੇ
ਜਿਹੜੇ ਕਿ ਲੋਕ ਵਿਰੋਧੀ ਹੋਣਗੇ। ਤਾਂ ਜਿਹੜਾ ਬਾਹਰ ਦਾ ਜਿਹੜਾ ਇੱਕ ਡਰ ਹੈਗਾ ਜਾਂ ਬਾਹਰ ਦਾ ਇੱਕ ਦਬਾਅ ਹੈਗਾ ਉਹ ਜ਼ਿਆਦਾ ਪਾਵਰਫੁਲ ਹੈ। ਇਹ ਗੱਲ ਵੱਖਰੀ ਹੈ ਕਿ ਅੰਦਰ ਬੈਠੇ ਹੋਏ ਬੰਦੇ ਨੂੰ ਤੁਹਾਨੂੰ ਕਾਰ ਮਿਲਦੀ ਹੈ, ਤੁਹਾਨੂੰ ਸੁਰੱਖਿਆ ਮਤਲਬ ਕਿ ਮਿਲਦੀ ਹੈਗੀ ਹੈ, ਤੁਹਾਨੂੰ ਵਧੀਆ ਭੱਤੇ ਮਿਲਦੇ ਹੈਗੇ ਨੇ, ਇੱਕ ਮਤਲਬ ਕਿ ਥੋੜਾ ਜਿਹਾ ਪੈਸਾ ਤੁਹਾਡੇ ਹੱਥ 'ਚ ਹੁੰਦਾ ਹੈਗਾ। ਬਾਹਰਲੇ ਬੰਦੇ ਨੂੰ ਸੜਕ ਤੇ ਬੈਠਣਾ ਪੈਂਦਾ ਹੈਗਾ। ਇਹ ਇੱਕ ਫਰਕ ਹੈਗਾ। ਪਰ ਦਬਾਅ ਜ਼ਰੂਰ ਮੈਂ ਮੰਨਦਾ ਕਿ ਇਹ ਦਿਖਾਇਆ ਹੈਗਾ ਇਸ ਅੰਦੋਲਨ ਨੇ ਕਿ ਬਾਹਰਲੇ ਬੰਦੇ ਦਾ ਜਿੱਤੇ ਹੋਏ ਬੰਦੇ ਤੋਂ ਵੱਧ ਦਬਾਅ ਹੈਗਾ। ਜੇ ਉਹ ਆਪਣੇ ਸਹੀ ਰਾਹ ਤੇ ਚੱਲੇ ਤਾਂ ਉਹ ਇੱਕ ਦਬਾਅ ਬਣਾਉਣ ਦੀ ਮਤਲਬ ਕਿ ਕਹਿ ਲਾਂ ਵੀ ਉਹ ਇੱਕ ਕੋਸ਼ਿਸ਼ ਹੈਗੀ ਹੈ। ਵੀ ਵੈਸੇ ਤਾਂ ਪਤਾ ਸਾਹਿਬ ਆਪਾਂ ਜੇ ਹਿਸਟਰੀ ਵਿੱਚ ਵੀ ਦੇਖੀਏ, ਸਿਵਲ ਸੁਸਾਇਟੀ ਜਿਹੜੀ ਹੈਗੀ ਇਹ ਕੰਮ ਕਰਦੀ ਹੁੰਦੀ ਸੀਗੀ। ਉਹਨੂੰ ਕੋਈ ਮੰਚ ਬਣਾਉਣ ਦੀ ਵੀ ਲੋੜ ਨਹੀਂ। ਸਿਵਲ ਸੁਸਾਇਟੀ ਜਿਹੜੇ ਵੀ 150 ਬੰਦੇ ਬੁੱਧੀਜੀਵੀ ਜਿਹੜੇ ਫਿਕਰਮੰਦ ਲੋਕ ਹੈਗੇ ਨੇ, ਜਿਹੜੇ ਦੇਖਦੇ ਨੇ ਕਿ ਵੀ ਜਿਹੜੀ ਵੀ ਸੱਤਾ 'ਚ ਬੈਠੀ ਹੈ ਸਰਕਾਰ ਉਹ ਵਧੀਆ ਗੱਲਾਂ ਨਹੀਂ ਕਰ ਰਹੀ, ਵਧੀਆ ਕੰਮ ਨਹੀਂ ਕਰ ਰਹੀ, ਲੋਕਾਂ ਦੇ ਭਲੇ ਦੇ ਕੰਮ ਨਹੀਂ ਕਰ ਰਹੀ, ਉਹ ਆਵਾਜ਼ ਉਠਾਉਂਦੇ ਸੀਗੇ। ਚਾਹੇ ਲਿਖ ਕੇ ਆਵਾਜ਼ ਉਠਾਉਣ, ਚਾਹੇ ਮਿਲ ਕੇ ਆਵਾਜ਼ ਉਠਾਉਣ, ਕਿਸੇ ਵੀ ਤਰੀਕੇ ਦੇ ਨਾਲ ਆਵਾਜ਼ ਉਠਾਉਣ, ਉਹ ਸਿਵਲ ਸੁਸਾਇਟੀ ਹੁੰਦੀ ਸੀਗੀ। ਆਪਾਂ ਦੇਖ ਸਕਦੇ ਹਾਂ ਕਿ ਸਾਡੇ ਪਿਛਲੇ ਲੰਮੇ ਸਮੇਂ ਤੋਂ ਆਪਾਂ ਪੰਜਾਬ ਦੇ ਪੱਧਰ ਤੇ ਕਿ ਹਿੰਦੁਸਤਾਨ ਦੇ ਪੱਧਰ ਤੇ ਹੀ ਸਿਵਲ ਸੁਸਾਇਟੀ ਜਿਹੜੀ ਹੈਗੀ ਹੈ ਉਹ ਗਾਇਬ ਹੈਗੀ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਿਵਲ ਸੁਸਾਇਟੀ ਦਾ ਮੰਚ ਹੈਗਾ। ਸਿਵਲ ਸੁਸਾਇਟੀ ਦੇ ਵਿੱਚ ਆਪਾਂ ਸਿਵਲ ਸੁਸਾਇਟੀ ਮਤਲਬ ਜਿਹੜੇ ਸਾਡੇ ਆਮ ਲੋਕ ਨੇ, ਹੁਣ ਤੁਸੀਂ ਦੇਖੋ ਵੀ ਉੱਥੇ ਗਾਇਕ ਵੀ ਬੈਠੇ ਆ, ਉੱਥੇ ਮਤਲਬ ਕਿ ਖੇਤੀ ਮਾਹਰ ਵੀ ਬੈਠੇ ਆ, ਡਾਕਟਰ ਵੀ ਹੈਗੇ ਆ, ਉੱਥੇ ਵਕੀਲ ਵੀ ਹੈਗੇ ਆ, ਯਾਨੀ ਕਿ ਸਾਰੇ ਕਿਸਮ ਦੇ ਨਾਲ। ਇਹ ਕੋਈ ਜਿਹੜਾ ਹੁਣ ਕੱਲ 13-14 ਲੋਕ ਬੈਠੇ ਸੀਗੇ ਗੱਲਬਾਤ ਕਰ ਰਹੇ ਸੀਗੇ, ਇਹ 13-14 ਲੋਕ ਆਪਣੇ ਆਪ ਦੇ ਵਿੱਚ ਕੋਈ ਆਖਰੀ ਨਹੀਂ ਹੈਗੇ। ਇਹਦੇ ਵਿੱਚ ਹੋਰ ਵੀ ਬੰਦੇ ਜੁੜ ਸਕਦੇ ਹੈਗੇ ਨੇ। ਉੱਥੇ ਇਹ ਗੱਲ ਵੀ ਕਹੇਗੀ ਵੀ ਇਹ ਤੁਸੀਂ ਇਹ ਪੜ੍ਹੋ, ਜਿਹੜੇ ਵੀ ਕੋਈ ਰਹਿੰਦੇ ਨੇ ਕੋਈ ਪੁਆਇੰਟ ਤੁਹਾਨੂੰ ਲੱਗਦਾ ਹੈਗਾ ਕਿ ਇਹ ਗੱਲ ਹਜੇ ਆਪਾਂ ਨੂੰ ਕਹਿਣੀ ਬਣਦੀ ਹੈ, ਕਰਨੀ ਚਾਹੀਦੀ ਹੈ, ਕੋਈ ਵੀ ਦੱਸਿਓ, ਉਸ 'ਚ ਹੋਰ ਐਡ ਕੀਤਾ ਜਾ ਸਕਦਾ ਹੈਗਾ। ਕਿਉਂਕਿ ਇਹ ਤਾਂ ਮੁੱਦੇ ਨੇ, ਮੁੱਦੇ ਬਹੁਤ ਸਾਰੇ ਹੈਗੇ ਨੇ ਤੇ ਜਿੰਨੇ ਕੋਈ ਵੱਧ ਤੋਂ ਵੱਧ ਮੁੱਦੇ ਉਹਦੇ ਵਿੱਚ ਮਤਲਬ ਕਿ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਕੀਤੀ ਹੈ। ਇਹ ਸਾਰੇ ਸਿੱਧੇ ਰਾਜਨੀਤੀ ਨਾਲ ਜੁੜੇ ਹੋਏ ਮੁੱਦੇ ਨੇ ਜਿਹੜੇ ਵਿਧਾਨ ਸਭਾ 'ਚ ਬੈਠ ਕੇ ਫੈਸਲੇ ਹੋਣੇ ਆ ਜਾਂ ਸੰਸਦ 'ਚ ਬੈਠ ਕੇ ਫੈਸਲੇ ਹੋਣੇ ਆ। ਸਮਾਜਿਕ ਮੁੱਦੇ ਹੋਰ ਵੀ ਬੜੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ, ਉਹਨਾਂ ਨੂੰ ਵੀ ਉਹਦੇ ਵਿੱਚ ਜੋੜਿਆ ਜਾ ਸਕਦਾ ਹੈਗਾ। ਆਪਾਂ ਜੇ ਕਹੀਏ ਕਿ ਔਰਤਾਂ ਦੇ ਨਾਲ ਵਿਤਕਰੇ ਦੀ ਗੱਲ ਹੈਗੀ ਹੈ, ਮੇਲ ਫੀਮੇਲ ਰੇਸ਼ੋ ਦੀ ਗੱਲ ਹੈਗੀ ਹੈ, ਹੋਰ ਮਤਲਬ ਕਿ ਕੱਲ ਜਿਵੇਂ ਧਾਰਮਿਕ ਮੁੱਦਿਆਂ ਦੀ ਗੱਲ ਵੀ ਚੱਲੀ ਕਿਉਂਕਿ ਗਿਆਨੀ ਕੇਵਲ ਸਿੰਘ ਉੱਥੇ ਮਨ ਸਾਂਝਾ ਕਰ ਰਹੇ ਸੀਗੇ। SGPC ਦੀ ਕਾਰਗੁਜ਼ਾਰੀ ਦੇ ਉੱਤੇ ਵੀ ਗੱਲ ਚੱਲੀ, ਕੁਐਸਚਨ ਪੁੱਛੇ ਗਏ। ਉਹਨਾਂ ਕਿਹਾ ਵੀ ਇਹ ਜਿਹੜੇ ਮੁੱਦੇ ਨੇ ਇਹ ਹੈਗੇ ਨੇ ਸਾਡੇ ਦਿਮਾਗ ਦੇ ਵਿੱਚ, ਪਰ ਇਹ ਸਮੇਂ ਦੇ ਨਾਲ ਹੌਲੀ ਹੌਲੀ ਕਿਉਂਕਿ ਅੱਜ ਮਾਹੌਲ ਜਿਹੜਾ ਹੈਗਾ ਇਹ ਸਾਰੇ ਮੁੱਦੇ ਅਸੀਂ ਜਿਹੜੇ ਲੋਕ ਹੁਣ ਖੜੇ ਹੋਣਗੇ 2022 ਦੇ ਇਲੈਕਸ਼ਨਾਂ 'ਚ ਉਹਨਾਂ ਦੇ ਹੱਥ ਵਿੱਚ ਫੜਾਉਣਾ ਚਾਹੁੰਦੇ ਹਾਂ ਵੀ ਇਹਨਾਂ ਦੇ ਉੱਤੇ ਗੱਲ ਕਰੋ। ਤੁਸੀਂ ਮੁਫਤ ਦੇਣ ਵਾਲੀ ਗੱਲ ਛੱਡੋ, ਇਹਨਾਂ ਮੁੱਦਿਆਂ ਤੇ ਗੱਲ ਕਰੋ ਵੀ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਕੀ ਕਮਿਟਮੈਂਟ ਕਰਦੇ ਹੋ, ਵੀ ਤੁਹਾਡੀ ਕੀ ਮਨਸ਼ਾ ਹੈਗੀ ਆ ਇਲੈਕਸ਼ਨਾਂ 'ਚ ਜਾ ਕੇ ਜਿੱਤ ਕੇ ਉੱਥੇ ਬੈਠ ਕੇ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ। ਆਹ ਮੁੱਦੇ ਹੈਗੇ ਨੇ ਤੁਹਾਡੇ ਦਿਮਾਗ ਵਿੱਚ ਹੈਗੇ ਨੇ, ਜੇ ਨਹੀਂ ਹੈਗੇ ਤਾਂ ਇਹਨਾਂ ਨੂੰ ਪੜ੍ਹੋ ਤੇ ਦੱਸੋ ਵੀ ਤੁਸੀਂ ਇਹਨਾਂ ਦੇ ਉੱਤੇ ਕੀ ਗੱਲ ਕਰੋਗੇ। ਇਹ ਮੇਨ ਮਕਸਦ ਸੀਗਾ ਉੱਥੇ। ਹਾਂਜੀ ਡਾਕਟਰ ਸਾਹਿਬ ਇੱਕ ਉਹ ਵੋਟਰ ਹੈ ਜਿਹੜਾ ਰਵਾਇਤੀ ਪਾਰਟੀਆਂ ਦਾ ਬਹੁਤ ਵਫਾਦਾਰ ਹੈ, ਉਹਨੇ ਵਫਾਦਾਰੀ ਨਹੀਂ ਛੱਡਣੀ, ਉਹਨੇ ਰਵਾਇਤੀ ਪਾਰਟੀਆਂ ਨਾਲ ਜੁੜੇ ਰਹਿਣਾ। ਲੇਕਿਨ ਇੱਕ ਉਹ ਵੋਟਰ ਹੈ ਵੱਡੀ ਗਿਣਤੀ ਵਿੱਚ ਜਨ ਸਧਾਰਨ ਲੋਕ ਨੇ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਇਹ ਪਾਰਟੀਆਂ ਨਵੀਆਂ ਤੋਂ ਨਵੀਆਂ ਬਣਦੀਆਂ ਨੇ, ਨਵੀਆਂ ਤੋਂ ਨਵੀਆਂ ਪਾਰਟੀਆਂ ਆਉਂਦੀਆਂ ਨੇ, ਲੇਕਿਨ ਇਹ ਮੁੱਦਿਆਂ ਤੇ ਕੰਮ ਨਹੀਂ ਕਰਦੀਆਂ, ਏਜੰਡੇ ਤੇ ਕੰਮ ਨਹੀਂ ਕਰਦੀਆਂ। ਉਹ ਲੋਕ ਇਹ ਚਾਹੁੰਦੇ ਨੇ ਕਿ ਬੰਦੇ ਹੀ ਬਦਲਦੇ ਨੇ, ਮੁੱਦੇ ਸਾਹਮਣੇ ਨਹੀਂ ਆਉਂਦੇ। ਤੇ ਆਪਣਾ ਇਹ ਜੂਝਦਾ ਪੰਜਾਬ ਕੀ ਦੇਖਦਾ ਹੈ ਕਿ ਕਿਵੇਂ ਅਸੀਂ ਜਿਹੜੇ ਏਜੰਡੇ ਸਿਵਲ ਸੁਸਾਇਟੀ ਦਿੰਦੀ ਹੈ ਉਹਨਾਂ ਨੂੰ ਕਿਵੇਂ ਸਾਹਮਣੇ ਲਿਆਈਏ। ਦੂਸਰਾ ਸਵਾਲ, ਸਿਵਲ ਸੁਸਾਇਟੀ ਦੀ ਤੁਸੀਂ ਗੱਲ ਕਰ ਰਹੇ ਸੀ, ਸਿਵਲ ਸੁਸਾਇਟੀ ਜਦੋਂ ਕੰਮ ਕਰਦੀ ਹੈ ਤੇ ਪਿਛਲੇ ਦਿਨਾਂ ਵਿੱਚ ਇਹ ਦੇਖਣ ਵਿੱਚ ਆਇਆ ਕਿ ਪੱਤਰਕਾਰ, ਪ੍ਰੋਫੈਸਰ, ਡਾਕਟਰ ਅਤੇ ਕਵੀ, ਬਹੁਤ ਸਾਰੇ ਸਮਾਜ ਸੇਵਕ ਲੋਕ ਜਦੋਂ ਉਹ ਸਿਵਲ ਸੁਸਾਇਟੀ ਦੇ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਅੰਦਰ, ਸਿੱਖਾਂ ਅੰਦਰ ਦੇ ਦਿੱਤਾ ਜਾਂਦਾ ਹੈ ਤੇ ਸਿਵਲ ਸੁਸਾਇਟੀ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਤੇ ਉਸ ਵੇਲੇ ਵੀ ਜਨ ਸਧਾਰਨ ਲੋਕ ਵੋਟਰ ਇਹ ਸੋਚਦੇ ਨੇ ਕਿ ਜੇ ਅਸੀਂ ਰਾਜਨੀਤਿਕ ਤਾਕਤ ਦੇ ਵਿੱਚ ਹੋਈਏ ਤੇ ਅਸੀਂ ਮੁੱਦਿਆਂ ਨੂੰ, ਏਜੰਡੇ ਨੂੰ ਅੱਗੇ ਲਿਜਾ ਸਕਦੇ ਹਾਂ, ਨਹੀਂ ਤਾਂ ਸਾਨੂੰ ਜੇਲ੍ਹਾਂ ਵਿੱਚ ਜਾਣਾ ਪੈਂਦਾ ਹੈ। ਦੇਖੋ ਪਤਾ ਸਾਹਿਬ ਇਹ ਸਵਾਲ ਦੋਵੇਂ ਹੀ ਜੁੜੇ ਹੋਏ ਨੇ। ਗੱਲ ਪਤਾ ਹੈ ਸਾਡੀ ਚੈੱਕ ਰਵਾਇਤੀ ਵੋਟਰ ਦੀ ਗੱਲ ਕੀਤੀ ਹੈ ਜਾਂ ਮਤਲਬ ਕਿ ਜਿਹੜਾ ਵੋਟਰ ਹੈਗਾ, ਜਿਹੜਾ ਆਮ ਵੋਟਰ ਹੈ ਜਿਹਦੀ ਤੁਸੀਂ ਵੱਡੀ ਗਿਣਤੀ 'ਚ ਹੈਗਾ। ਸਵਾਲ ਆਪਾਂ ਲੋਕਤੰਤਰ ਜਿਹੜੀ ਹੈਗੀ ਨਾ, ਆਪਾਂ ਇਹ ਲੋਕਤੰਤਰ ਦੇ ਵਿੱਚ ਹੈਗੇ ਨੇ ਅਸੀਂ। ਜਿਹੜਾ ਪ੍ਰੈਸ਼ਰ ਗਰੁੱਪ ਹੈਗਾ ਇਹਦੀ ਵੈਲਿਊ ਵੀ ਲੋਕਤੰਤਰ ਵਿੱਚ ਹੁੰਦੀ ਹੈਗੀ ਹੈ। ਤਾਂ ਲੋਕਤੰਤਰ ਦੇ ਵਿੱਚ ਸਭ ਤੋਂ ਜਿਹੜਾ ਅਹਿਮ ਪੱਖ ਹੈਗਾ ਉਹ ਹੈਗਾ ਲੋਕਾਂ ਨੂੰ ਜਾਣਕਾਰੀ ਦੇਣਾ। ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਹੱਕ ਕੀ ਨੇ। ਜਿਵੇਂ ਇਹਦੇ ਵਿੱਚ ਇੱਕ ਇਸ਼ੂ ਮਨਰੇਗਾ ਦਾ ਵੀ ਹੈਗਾ। ਹੁਣ ਦੇਖੋ ਜਿਹੜਾ ਮਨਰੇਗਾ ਹੈਗਾ ਉਹ ਮਤਲਬ ਕਿ ਕੋਈ ਵੀ ਕਿਸਾਨ ਜਿਹੜਾ ਹੈਗਾ
2 3 4 5 किले पर 5 किले तो घट वाला कोई भी किसान अपने खेत में खेती करने के वास्ते ਜਿਹੜੇ मतलब कि ਵੱਟ ਬਣਾਉਂਦਾ ਜਾਂ ਹੋਰ ਕੁਝ ਕਰਦਾ ਹੈਗਾ ਪਾਣੀ ਲਾਉਂਦਾ ਹੈਗਾ ਉਹਦੇ ਵਾਸਤੇ ਵੀ ਉਹ ਮਨਰੇਗਾ ਵਾਲੀ ਦਿਹਾੜੀ ਲੈ ਸਕਦਾ ਹੈਗਾ ਪਰ ਕਿਸੇ ਨੂੰ ਪਤਾ ਨਹੀਂ ਹੈਗਾ ਇਹ ਪਤਾ ਨਹੀਂ ਹੈਗਾ ਵਾਲੀ ਗੱਲ ਹੈਗੀ ਹੈ ਵੀ ਮੈਂ ਕਹਾਂਗਾ ਕਿ ਕਿਸੇ ਨੂੰ ਦੱਸਿਆ ਹੀ ਨਹੀਂ ਗਿਆ ਜਿਹੜੇ ਹੁਣ ਮਨਰੇਗਾ ਦੇ ਲਾਗੂ ਕਰਨ ਵਾਲੇ ਲੋਕ ਨੇ ਜਿਹੜਾ ਸਰਪੰਚ ਹੈਗਾ ਜਾਂ ਜਿਨ੍ਹਾਂ ਨੇ ਉਹ ਅਫਸਰ ਨੇ ਜਿਹੜੇ ਜਿਨ੍ਹਾਂ ਨੇ ਉਹ ਸ਼ਾਮ ਨੂੰ ਦਿਹਾੜੀ ਦੇਣੀ ਹੁੰਦੀ ਹੈ ਉਸ ਮਜ਼ਦੂਰ ਨੂੰ ਉਹ ਹੀ ਨਹੀਂ ਦੱਸਣਾ ਚਾਹੁੰਦੇ ਉਹ ਝੂਠੇ मतलब कि ਪਾ ਕੇ ਦਿਹਾੜੀਆਂ ਤੇ ਆਪਣੀ ਜੇਬ ਵਿੱਚ ਪੈਸੇ ਪਾਣਾ ਚਾਹੁੰਦੇ ਨੇ ਤਾਂ ਆਪਾਂ ਜੇ ਇਹ ਇੱਕ ਮਨਰੇਗਾ ਦਾ ਇੱਕ ਇਸ਼ੂ ਹੈਗਾ ਸਵਾਲ ਹੈਗਾ ਕਿ ਸਾਰੀ ਦੀ ਸਾਰੀ ਪ੍ਰੋਸੈਸ ਲੋਕਤੰਤਰ ਦੀ ਸਾਰੀ ਪ੍ਰਕਿਰਿਆ ਜਿਹੜਾ ਟ੍ਰੈਡੀਸ਼ਨਲ मतलब कि ਵੋਟਰ ਜਿਹੜਾ ਹੈਗਾ ਪਾਰਟੀ ਨਾਲ ਜੁੜਿਆ ਹੋਇਆ ਇੱਕ ਹੈਗਾ ਕਿ ਪਾਰਟੀ ਦਾ ਵੀ ਅਕਾਲੀ ਪਾਰਟੀ ਨੂੰ ਦੇਣੀ ਹੈ ਜਾਂ ਕਾਂਗਰਸ ਨੂੰ ਵੋਟ ਹੀ ਪਾਣੀ ਹੈਗੀ ਹੈ ਦੂਜੇ ਪਾਸੇ ਜਿਹੜੇ ਆਪਣੇ ਤਾਂ मतलब कि ਹਿੰਦੁਸਤਾਨ ਦੇ ਵਿੱਚ ਤਾਂ मतलब कि ਧਰਮ ਜਾਤੀ ਤੇ ਇਕਤਾ ਤੇ ਬਰਾਦਰੀ ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਵੀ ਉਸ ਤਰ੍ਹਾਂ ਦੇ ਕਮੇਟੀ ਉਹ ਜਿਹੜੇ ਹੈਗੇ ਨੇ ਉਹ ਰਵਾਇਤੀ ਹੀ ਵੋਟਰ ਹੈਗੇ ਨੇ ਜਿਹਨੇ ਕਹਿਣਾ ਕਿ ਅਸੀਂ ਦਾ मतलब कि ਸਿੱਖਾਂ ਨੂੰ ਹੀ ਵੋਟ ਪਾਣੀ ਹੈਗੀ ਆਪਾਂ ਜਦੋਂ ਗੱਲ ਕਰਦੇ ਆ ਪੰਜਾਬ ਦੀ ਤਾਂ ਜੀ ਪੰਜਾਬ ਵਿੱਚ ਸਿੱਖ ਚਿਹਰਾ ਹੋਣਾ ਚਾਹੀਦਾ ਚੀਫ ਮਿਨਿਸਟਰ ਸਿੱਖ ਹੋਣਾ ਚਾਹੀਦਾ ਕਿਉਂ ਇਹ ਗੱਲ ਆਉਂਦੀ ਹੈਗੀ ਹੈ ਹੈਨਾ ਸਾਡੇ ਦਿਮਾਗ ਵਿੱਚ ਗੱਲ ਪਾਈ ਵੀ ਹੈਗੀ ਹੈ ਵੀ ਸਾਨੂੰ ਕੀ ਲੱਗਦਾ ਹੈਗਾ ਕਿ ਜੇ ਸਿੱਖ ਚੀਫ ਮਿਨਿਸਟਰ ਹੋਊਗਾ ਤਾਂ ਉਹ ਵਧੀਆ ਨਿਕਲੂਗਾ ਜੇ ਕੋਈ ਹੋਰ मतलब कि ਬਰਾਦਰੀ ਜਾਂ ਧਰਮ ਦਾ ਬੰਦਾ ਆ ਗਿਆ ਤਾਂ ਉਹ ਆ ਕੇ ਇੱਥੇ ਤਸ਼ੱਦਦ ਕਰਨ ਲੱਗ ਪਊਗਾ ਇਹ ਸਾਡੇ ਦਿਮਾਗ ਦੇ ਵਿੱਚ ਗੱਲ ਪਾਈ ਹੋਈ ਹੈਗੀ ਹੈ ਤਾਂ ਇਸ ਕਰਕੇ ਅਸੀਂ ਚਾਹੁੰਦੇ ਹੈਗੇ ਉਵੇਂ ਹੀ मतलब कि ਬਰਾਦਰੀ ਦੀ ਗੱਲ ਹੈਗੀ ਹੈ ਤੁਸੀਂ ਦੇਖੋ ਵੀ ਸ਼ਰਾਰਤ ਬਹੁਤ ਪ੍ਰਾਇਮਰੀ ਹੈ ਬਿਲਕੁਲ ਤੁਸੀਂ ਦੇਖੋ ਵੀ ਜਿਹੜੇ ਹਲਕੇ ਬਣੇ ਹੋਏ ਨੇ ਜਿੱਥੇ मतलब ਐਮਐਲਏ ਖੜਾ ਹੋਣਾ ਜਿੱਥੋਂ ਵੋਟਾਂ ਪੈਣੀਆਂ ਨੇ ਉਹਨਾਂ ਨੂੰ ਕੱਟਿਆ ਕਿਵੇਂ ਗਿਆ ਹੈਗਾ ਇਹ ਉੱਥੇ ਬੈਠ ਕੇ ਕਰਦੇ ਨੇ ਵੀ ਇੱਥੇ ਰਾਮ ਬਰਾਦਰੀ ਵੱਧ ਹੈਗੀ ਹੈ ਇੱਥੇ मतलब कि ਰਾਮਗੜੀਏ ਵੱਧ ਹੈਗੇ ਨੇ ਇੱਥੇ ਕੰਬੋਜ ਵੱਧ ਹੈਗੇ ਨੇ ਤਾਂ ਇਹ ਸਾਰੇ ਜਿਹੜੇ ਹੈਗੇ ਨੇ हाँ वो ਜਿਹੜੇ ਰਵਾਇਤੀ मतलब कि ਜਿਹੜੇ ਬਣਾਏ ਹੋਏ ਨੇ मतलब कि ਜਿਹੜੇ ਐਮਐਲਏ ਦਾ ਏਰੀਆ ਹੈਗਾ ਤੇ ਚਾਹੇ मतलब ਐਮਪੀ ਦਾ ਏਰੀਆ ਹੈਗਾ ਫਿਰ ਅਸੀਂ ਤਾਂ ਕਿ ਅਸੀਂ ਉੱਥੋਂ ਦੀ ਫਿਰ ਉਹਨਾਂ ਵੋਟਾਂ ਦੇ ਵਿੱਚ ਉਹੋ ਜਿਹਾ ਬੰਦਾ ਖੜਾ ਕਰ ਸਕੀਏ ਤਾਂ ਕਿ ਉਹਨਾਂ ਨੂੰ ਉੱਥੋਂ ਦੀ ਵੋਟਾਂ ਪਵਾ ਸਕੀਏ ਤਾਂ ਬੇਸਿਕ मतलब कि ਸ਼ੁਰੂਆਤੀ ਹੀ मतलब कि ਅਸੀਂ ਜੋ मतलब कि ਅਸੀਂ ਗਲਤੀਆਂ ਕੀਤੀਆਂ ਹੋਈਆਂ ਨੇ ਤੇ ਦੂਜੇ ਪਾਸੇ ਲੋਕਾਂ ਨੂੰ ਅਸੀਂ ਸਮਝਾਇਆ ਨਹੀਂ ਹੈਗਾ ਤਾਂ ਇਸ ਕਰਕੇ ਇਹ ਜਿਹੜੇ ਪੱਖ ਨੇ ਨਾ ਇਹ ਇੱਥੇ ਗੱਲ ਹੈਗੀ ਵੀ ਇਹ ਜਿਹੜਾ ਮੰਚ ਹੈਗਾ ਸਭ ਤੋਂ ਪਹਿਲੇ ਵੀ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਹੈਗਾ ਵੀ ਆਹ ਮੁੱਦੇ ਨੇ ਇਹਨਾਂ ਦੇ ਉੱਤੇ मतलब कि ਗੱਲ ਕਰਨੀ ਚਾਹੀਦੀ ਹੈਗੀ ਤੁਹਾਨੂੰ ਲੋੜ ਇਹਨਾਂ ਦੀ ਹੈਗੀ ਹੈ ਤੁਹਾਨੂੰ ਇੱਥੋਂ ਤੱਕ ਕਿ ਆਪਣੀਆਂ ਗਲੀਆਂ ਪੱਕੀਆਂ ਕਰਾਉਣ ਤੇ ਬਿਜਲੀ ਦੀਆਂ ਟਿਊਬਾਂ ਲਵਾਉਣ ਤੋਂ ਵੀ मतलब कि ਉੱਪਰ ਜਿਹੜੇ ਹੋਰ ਵੱਡੇ ਮੁੱਦੇ ਨੇ ਸਿਹਤ ਦੀ ਗੱਲ ਹੈ ਸਿੱਖਿਆ ਦੀ ਗੱਲ ਹੈਗੀ ਹੈ ਇਹਨਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਵਾਤਾਵਰਣ ਦੇ ਉੱਤੇ ਗੱਲ ਹੋਰ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਖੇਤੀ ਦੇ ਉੱਤੇ ਬਹੁਤ मतलब कि ਹੁਣ ਲੋਕਾਂ ਨੂੰ ਅਵੇਅਰਨੈਸ ਹੋ ਗਈ ਹੈ ਖੇਤੀ ਡਾਈਵਰਸਿਟੀ ਦੀ ਗੱਲ ਹੈਗੀ ਹੈ ਕਿ ਸਾਨੂੰ मतलब कि ਜਿਹੜੇ ਫਸਲੀ ਚੱਕਰ ਹੈਗਾ ਕਣਕ ਦਾ ਤੇ ਝੋਨੇ ਦਾ ਇਹਦੇ ਚੋਂ ਨਿਕਲਣਾ ਚਾਹੀਦਾ ਹੈਗਾ ਹੋਰ मतलब कि ਇਸ ਤਰ੍ਹਾਂ ਦੇ ਉਹਦੇ ਚ ਤਕਰੀਬਨ 32 मतलब कि ਪੱਖ ਹੈਗੇ ਨੇ ਉਹਨਾਂ ਦੇ ਉੱਤੇ ਗੱਲ ਕੀਤੀ ਗਈ ਹੈਗੀ ਹੈ मतलब कि ਨੌਜਵਾਨਾਂ ਦੇ ਨਸ਼ੇ ਦੀ ਗੱਲ ਹੈ ਖੇਡਾਂ ਦੀ ਗੱਲ ਹੈਗੀ ਹੈ ਔਰਤਾਂ ਦੀ मतलब कि ਤੇ ਉੱਤੇ ਗੱਲ ਹੈਗੀ ਹੈ ਵਿਧਾਨ ਸਭਾ ਦੀ ਕੀ ਭੂਮਿਕਾ ਹੋਵੇ ਜਿਹੜੇ ਸਾਡੇ ਇਹ ਬੰਦੇ ਜਿੱਤ ਕੇ ਚਲੇ ਜਾਂਦੇ ਨੇ ਉੱਥੇ ਬੈਠ ਕੇ ਤੁਸੀਂ ਦੇਖੋ ਵੀ ਕਿੰਨੇ ਦਿਨ ਵਿਧਾਨ ਸਭਾ ਕੰਮ ਕਰੇ ਕਿੰਨੇ ਦਿਨ ਸੰਸਦ ਕੰਮ ਕਰੇ ਉੱਥੇ ਜਿਹੜੇ ਸਾਡੇ ਜਿੱਤੇ ਹੋਏ ਐਮਐਲਏ ਐਮਪੀ ਹੈਗੇ ਨੇ ਉਹ मतलब कि ਉੱਥੇ ਉਹਨਾਂ ਦੀ ਹਾਜ਼ਰੀ ਕਿੰਨੀ ਹੋਣੀ ਚਾਹੀਦੀ ਹੈਗੀ ਹੈ ਉਹ ਕਿੰਨਾ ਬੋਲਦੇ ਨੇ ਇਹ ਸਾਰਾ ਕੁਝ मतलब कि ਜਿਹੜਾ ਹੈਗਾ ਨਾ ਇਹਦੇ ਉੱਤੇ मतलब कि ਉਹਨਾਂ ਦਾ ਇੱਕ ਰਿਪੋਰਟ ਕਾਰਡ ਤਿਆਰ ਹੋਵੇ ਵੀ ਉਹਨੇ ਕਿੰਨੇ ਦਿਨ ਹਾਜ਼ਰੀ ਲਾਈ ਹੋ ਤੁਸੀਂ ਨਵੀਂ ਇੱਕ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਵੀ ਜਿਹਨੂੰ ਮੱਧ ਆਪਣੇ ਰਾਜ ਸਭਾ ਦਾ ਮੈਂਬਰ ਬਣਾਇਆ ਜਿਹੜਾ ਆਪਣਾ ਜਸਟਿਸ ਗੋਗੋਈ ਹੈਗਾ ਉਹਦੀ ਸਿਰਫ 10% ਹਾਜ਼ਰੀ ਸੀਗੀ ਤੇ ਉਹਦੇ ਕੋਲ ਜਦੋਂ ਪੁੱਛਿਆ ਗਿਆ ਵੀ ਤੁਸੀਂ ਬਹੁਤ मतलब ਘੱਟ ਸਮਾਂ ਕੀਤਾ ਹੈ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਜਾਵਾਂ ਮੇਰੀ ਮਰਜ਼ੀ ਹੈ ਮੈਂ ਉੱਥੇ ਕਰਨ ਕੀ ਜਾਣਾ ਹੈਗਾ ਹੈ ਤੇ मतलब कि ਕਹਿਣ ਦਾ मतलब ਤੁਸੀਂ ਇੱਕ ਰਾਜ ਸਭਾ ਦਾ ਮੈਂਬਰ ਬਣ ਕੇ ਉਹਦੀਆਂ ਸਹੂਲਤਾਂ ਸਾਰੀਆਂ ਲੈਣਾ ਚਾਹੁੰਦੇ ਹੈਗੇ ਹੋ ਤੁਸੀਂ मतलब ਭਾਵੇਂ ਚੁਣੇ ਹੋਏ ਹੈਗੇ ਹੋ ਨਹੀਂ ਹੈਗੇ ਪਰ ਤੁਹਾਨੂੰ ਸਿਲੈਕਟ ਕੀਤਾ ਗਿਆ ਹੈਗਾ ਕਿਸੇ ਆਧਾਰ ਤੇ ਵੀ ਕੀਤਾ ਹੈਗਾ ਮੰਨ ਲਓ ਪਰ ਫਿਰ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਹੈਗੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਕੇ मतलब कि ਤੁਹਾਡੇ ਉੱਥੇ ਕਿਉਂ ਬਣਾਇਆ ਤੁਹਾਡਾ ਰੋਲ ਕੀ ਹੈਗਾ ਇਹ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈਗਾ ਸਾਡੇ ਸੰਵਿਧਾਨ ਦੇ ਵਿੱਚ ਵੀ ਤੁਹਾਡੀ ਕੀ ਜ਼ਿੰਮੇਵਾਰੀ ਹੈਗੀ ਹੈ ਤੁਸੀਂ ਕਿਵੇਂ ਮੈਂਬਰਸ਼ਿਪ ਮਿਲਦੀ ਹੈ ਕਿਵੇਂ ਉੱਥੇ ਕੰਮ ਕਰਨਾ ਹੁੰਦਾ ਕਿਵੇਂ ਤੁਸੀਂ ਹਟਾਏ ਵੀ ਜਾ ਸਕਦੇ ਹੋ ਇੱਕ ਇਹਦੇ ਵਿੱਚ ਜਿਹੜੀ ਜਿਵੇਂ ਗੱਲ ਕਰਿਆ ਸਾਰਿਆਂ ਦੇ ਵਿੱਚ ਇੱਕ मतलब कि ਭਾਵੇਂ ਕੰਮ ਕਾਨੂੰਨ ਦੇ ਨੇ ਜਿਹੜਾ ਆਪਾਂ ਕਹਿ ਰਹੇ ਕਿ ਇਹਨਾਂ ਨੂੰ ਵਾਪਸ ਬੁਲਾਉਣ ਦੇ ਵਾਸਤੇ ਜਾਂ ਜਿਹੜਾ ਮੈਨੀਫੈਸਟੋ ਹੈਗਾ ਉਹਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ ਤਾਂ ਕਿ 5 ਸਾਲ ਬਾਅਦ ਉਹਦੇ ਤੇ ਗੱਲ ਕੀਤੀ ਜਾ ਸਕੇ ਵੀ ਤੁਸੀਂ ਆਹ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਇਸ ਦੇ ਵਿੱਚ ਇੱਕ ਪਾਇਆ ਗਿਆ ਵੀ 2 ਸਾਲ ਉਹਨਾਂ ਨੂੰ ਦੇਖਿਆ ਜਾਵੇ ਉਸ ਤੋਂ ਬਾਅਦ ਜੇ मतलब कि ਉਹ ਕੰਮ ਨਹੀਂ ਕਰਦੇ ਉੱਥੋਂ ਦੇ ਏਰੀਆ ਦੇ ਲੋਕ ਸੈਟੀਸਫਾਈਡ ਨਹੀਂ ਨੇ ਤਾਂ 2 ਸਾਲ ਬਾਅਦ ਉਹਨਾਂ ਨੂੰ ਕਾਲ ਬੈਕ ਵਾਪਸ ਬੁਲਾਉਣ ਦੀ ਵੀ मतलब कि ਜਿਹੜੀ ਹੈਗੀ ਹੈ ਉਹ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਉਹ ਠੀਕ ਹੈ ਕਿ ਜਦੋਂ ਉਹ मतलब कि ਗੱਲ ਕਰਨਗੇ मतलब कि ਜੋ ਕਾਨੂੰਨੀ ਤੌਰ ਤੇ ਕਿਤੇ ਵਕਤ ਇਹ ਬੈਠ ਕੇ ਆਪ ਕਿਤੇ ਤੈਅ ਕਰਨਗੇ ਵਿਧਾਨ ਸਭਾ ਜਾਂ ਸੰਸਦ ਦੇ ਵਿੱਚ
पर उस तो भी पहला जी गल हैगी है वो हैगी है कि जी मैं कहना भी उस तो पहला गल जी इंपॉर्टेंट हैगी इहदे विच हैगा भी जे कोई कहे ਅਸੀਂ भी हुण तुसीं भी ਜਿਹੜੀ ਹੁਣ ਲੋਕੀ MLA वगैरह खड़े होणगे तुसीं किहदी हिमायत करोगे ਅਸੀਂ ਇਹ ਵੀ ਜਿਹਦੀ ਹਿਮਾਇਤ ਕਰਾਂਗੇ ਸਾਡੇ ਇਹਨਾਂ ਮੁੱਦਿਆਂ ਦੇ ਉੱਤੇ ਮਤਲਬ ਕਿ ਜਿਹੜਾ ਗੱਲ ਕਰੂਗਾ ਵੀ ਹਾਂ ਮੈਂ ਇਹਨਾਂ ਮੁੱਦਿਆਂ ਦੇ ਨਾਲ ਆ ਉਹ ਇਹ ਵੀ ਸਵਾਲ ਹੈਗਾ ਵੀ ਜਦੋਂ ਵੋਟ ਲੈਣੀ ਹੁੰਦੀ ਹੈ ਸਾਰੇ ਹਾਂ ਕਰ ਦਿੰਦੇ ਨੇ ਪਰ ਇਹ ਹੈਗਾ ਕਿ ਉਹਨਾਂ ਤੋਂ ਇੱਕ मतलब कि रिटर्न मतलब कि ਜਿਹੜਾ ਹੈਗਾ ਇੱਕ ਉਹ ਲਿਆ ਜਾਊਗਾ ਡਾਕੂਮੈਂਟ ਵੀ ਤੁਸੀਂ ਲਿਖ ਕੇ ਦਿਓ ਵੀ ਮੈਂ ਇਹਨਾਂ ਦੇ ਉੱਤੇ ਖੜੂੰਗਾ ਇਹਨਾਂ ਦੇ ਉੱਤੇ ਕੰਮ ਕਰੂੰਗਾ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਮੈਂ 2 ਸਾਲ ਬਾਅਦ ਤੁਸੀਂ ਜੇ ਕਹੋਗੇ ਤਾਂ ਮੈਂ ਅਸਤੀਫਾ ਦੇ ਦੂੰਗਾ यानी कि मैं मतलब साडे कोल आपां मतलब कि ਜਿਹੜੀ टोटल जिन्नी कॉन्स्टिट्यूएंसी या मतलब कि MLA ਦੀ कॉन्स्टिट्यूएंसी हैगी है ਉਹਦੇ ਵਿੱਚ 60% ਲੋਕ ਲਿਖ ਕੇ ਦੇਣ ਵੀ ਇਹ ਬੰਦਾ ਸਾਡੇ ਕੋਈ ਕੰਮ ਨਹੀਂ ਕਰ ਰਿਹਾ 2 ਸਾਲ ਹੋ ਗਏ ਨਜ਼ਰ ਨਹੀਂ ਆਇਆ ਅਸੀਂ ਉਹਨੂੰ ਲਗਾ ਤਾਂ ਦਿੰਦੇ ਆ ਵੀ ਗਾਇਬ ਹੋ ਗਿਆ मतलब कि ਇਸ ਦੀ ਤਲਾਸ਼ ਜਾਰੀ ਹੈ MLA ਦੀਆਂ ਫੋਟੋਆਂ ਲਾ ਲੂ ਦਿੰਦੇ ਆ है ना पर ਉਹਦਾ ਕੋਈ ਅਸਰ ਤਾਂ ਹੁੰਦਾ ਨਹੀਂ ਕਿਉਂਕਿ ਕਾਲ ਬੈਕ ਦਾ ਸਾਡੇ ਕੋਲ ਕੋਈ ਨਿਯਮ ਨਹੀਂ ਹੈਗਾ ਪਰ ਫਿਲਹਾਲ ਇੱਕ ਸ਼ੁਰੂਆਤ ਹੈਗੀ ਹੈ ਉਹਦੇ ਤੇ ਦਬਾਅ ਬਣਾਉਣ ਦੀ ਵੀ ਤੂੰ ਕੰਮ ਨਹੀਂ ਕਰੇਗਾ ਤੇ ਇਹ ਸਾਰੇ ਲੋਕੀ ਆ ਕੇ ਤੇਰੇ ਘਰ ਦੇ ਮੂਹਰੇ ਧਰਨਾ ਦੇ ਸਕਦੇ ਨੇ ਤੇ ਤੈਨੂੰ ਮਤਲਬ ਕਿ ਜਿਹੜਾ ਧਰਨਾ ਹੁਣ ਤੁਸੀਂ ਦੇਖਿਆ ਹੀ ਹੈਗਾ ਭਾਵੇਂ ਆਪਾਂ ਕਹੀਏ ਵੀ ਉਹੀ ਗੱਲ ਵੀ ਕਿਸਾਨੀ ਅੰਦੋਲਨ ਤੋਂ ਕੁਝ ਚੀਜ਼ਾਂ ਸਿੱਖੀਆਂ ਨੇ ਕੁਝ ਸਬਕ ਹੈਗੇ ਨੇ ਉਹ ਇੱਕ ਦਬਾਅ ਬਣਾਉਣ ਦੀ ਗੱਲ ਹੈ ਬਾਕੀ ਜਿਹੜੀ ਗੱਲ ਹੈਗੀ ਅੰਦਰ ਬੈਠ ਕੇ ਕਾਨੂੰਨ ਬਣਨਗੇ ਗਲਤ ਕਾਨੂੰਨ ਬਣਨਗੇ ਤਾਂ ਫਿਰ ਵੀ ਅਸੀਂ ਮਤਲਬ ਕਿ ਸਾਰੇ ਇਕੱਠੇ ਹੋ ਕੇ ਲੋਕ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਅਸੀਂ ਬਾਹਰ ਬੈਠਾਂਗੇ ਤੇ ਜਿਹੜਾ ਕੰਮ ਤੁਸੀਂ ਗਲਤ ਕਰੋਗੇ ਤਾਂ ਉਹ ਕੰਮ ਕਰਨ ਨਹੀਂ ਦਿਆਂਗੇ ਉਹਨਾਂ ਨੂੰ ਰੋਕ ਦਿਆਂਗੇ ਜਾਂ ਫਿਰ ਤੁਸੀਂ ਆਪ ਹੀ ਇਹ ਸੋਚੋ ਜਾਂ ਜਿਵੇਂ ਵੈਸੇ ਤਾਂ ਦੇਖੋ ਸੰਵਿਧਾਨਿਕ ਗੱਲ ਹੀ ਹੈਗੀ ਹੈ ਵੀ ਕੋਈ ਵੀ ਤੁਸੀਂ ਨੀਤੀ ਬਣਾਉਣੀ ਹੈ ਦੇਖੋ ਐਜੂਕੇਸ਼ਨ ਪਾਲਿਸੀ ਦੀ ਗੱਲ ਹੈ ਚਾਹੇ ਹੈਲਥ ਪਾਲਿਸੀ ਦੀ ਗੱਲ ਹੈਗੀ ਹੈ ਵੀ ਤੁਸੀਂ ਉਹਦਾ ਇੱਕ ਡਰਾਫਟ ਤਿਆਰ ਕਰੋ ਤੇ ਲੋਕਾਂ 'ਚ ਵੰਡੋ ਤੇ ਲੋਕਾਂ ਨੂੰ ਪੁੱਛੋ ਵੀ ਇਹ ਡਰਾਫਟ ਅਸੀਂ ਬਣਾ ਰਹੇ ਹਾਂ ਵੀ ਤੁਹਾਨੂੰ ਪਸੰਦ ਹੈ ਤਾਂ ਲਿਆਈਏ ਕਿ ਨਾ ਲਿਆਈਏ ਜਾਂ ਤੁਸੀਂ ਕੀ ਹੋਰ ਜੋੜਨਾ ਤੋੜਨਾ ਚਾਹੀਦਾ ਹੈਗਾ ਵੀ ਤੁਸੀਂ ਬਣਾ ਕੇ ਕਾਨੂੰਨ ਬਣਾ ਕੇ ਫਿਰ ਤੁਸੀਂ ਕਹਿ ਰਹੇ ਹੋ ਅਮੈਂਡਮੈਂਟ ਕਰਵਾ ਲਓ ਇਹ ਪਹਿਲਾਂ ਮਤਲਬ ਕਿ ਪ੍ਰੋਸੈਸ ਕਿਉਂ ਨਹੀਂ ਮਤਲਬ ਕਿ ਸ਼ੁਰੂ ਕੀਤੀ ਜਾ ਸਕਦੀ ਜੇ ਪ੍ਰੋਸੈਸ ਦਾ ਪ੍ਰੋਵੀਜ਼ਨ ਵੀ ਹੈਗਾ ਪਰ ਅਸੀਂ ਉਹੀ ਗੱਲ ਹੈ ਕਿ ਜਦੋਂ ਬੰਦੇ ਦੇ ਵਿੱਚ ਇੱਕ ਹੰਕਾਰ ਹੁੰਦਾ ਸੱਤਾ 'ਚ ਬੈਠੇ ਬੰਦਿਆਂ ਦੇ ਖਾਸ ਤੌਰ ਤੇ ਸਾਡਾ ਮਤਲਬ ਕਿ ਇੱਕ ਮੈਥਮੈਟਿਕਸ ਹੈਗਾ ਵੀ ਸਾਡੇ ਕੋਲ 303 ਸੀਟਾਂ ਨੇ ਜਾਂ ਇੱਥੇ ਆਪਾਂ ਕਹੀਏ ਵੀ ਸਾਡੇ ਕੋਲ 50 ਸੀਟਾਂ ਨੇ ਜਾਂ 65 ਸੀਟਾਂ ਨੇ 55 ਸੀਟਾਂ ਨੇ ਵਿਧਾਨ ਸਭਾ ਦੇ ਵਿੱਚ ਸਾਨੂੰ ਕੋਈ ਚੈਲੰਜ ਹੀ ਨਹੀਂ ਕਰ ਸਕਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਚੈਲੰਜ ਕਰਨ ਦੀ ਗੱਲ ਹੈਗੀ ਚੈਲੰਜ ਕਰਨ ਦੀ ਗੱਲ ਇੱਕ ਬਾਹਰ ਵੀ ਹੋਣੀ ਚਾਹੀਦੀ ਹੈ ਉਨੀ ਹੀ ਮਹੱਤਵਪੂਰਨ ਤੇ ਉਨੀ ਹੀ ਮਜ਼ਬੂਤ ਹਾਂਜੀ ਡਾਕਟਰ ਸਾਹਿਬ ਆਖਰੀ ਸਵਾਲ ਹੈ ਜੀ ਕਿ ਤੁਹਾਡੀ ਗੱਲ ਦੇ ਵਿੱਚੋਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲਦਾ ਪਿਆ ਕਿ ਕਿਸਾਨੀ ਅੰਦੋਲਨ ਨੇ ਇੱਕ ਅਹਿਸਾਸ ਕਰਾ ਦਿੱਤਾ ਕਿ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਲੋਕ ਸ਼ਕਤੀ ਕੀ ਹੁੰਦੀ ਹੈ ਉਸ ਅਹਿਸਾਸ ਦੇ ਨਾਲ ਹੀ ਅਸੀਂ ਇੱਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਕੰਮ ਕਰਾਂਗੇ ਇਹ ਜੂਝਦਾ ਪੰਜਾਬ ਦੀ ਜਿਹੜੀ ਹੈ ਉਹ ਮਨਸ਼ਾ ਨਜ਼ਰ ਆ ਰਹੀ ਹੈ ਤੇ ਪਰ ਲੋਕਾਂ ਨੂੰ ਫਿਰ ਵੀ ਕੋਈ ਨਾ ਕੋਈ ਬਦਲ ਨਜ਼ਰ ਨਹੀਂ ਆ ਰਿਹਾ ਕਿ ਉਹਨਾਂ ਨੇ ਵੋਟ ਕਿਹਨੂੰ ਪਾਉਣੀ ਹੈ ਹੋ ਸਕਦਾ ਉਹ ਲੋਕ ਸ਼ਕਤੀ ਜਿਹੜੀ ਹੈ ਇਹ ਵੀ ਕੋਈ ਫੈਸਲਾ ਕਰ ਲਏਗੀ ਕਿ ਕਿਹਨੂੰ ਵੋਟ ਪਾਉਣੀ ਹੈ ਤੇ ਕੌਣ ਵੋਟ ਲੈਣ ਲਈ ਅੱਗੇ ਆਵੇ ਤੇ ਇਹ ਜੂਝਦਾ ਪੰਜਾਬ ਦਾ ਅੱਗੋਂ ਨਕਸ਼ਾ ਕੀ ਹੈ ਕਿ ਘਰ ਘਰ ਲੋਕਾਂ ਦੇ ਨਾਲ ਮਿਲਾਪ ਕਰੇ ਹੋਰ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਸਮਾਜ ਸੇਵੀ ਨੇ ਜਾਂ ਸਮਾਜਿਕ ਚਿੰਤਕ ਨੇ ਉਹਨਾਂ ਨਾਲ ਕਿਵੇਂ ਮਤਲਬ ਘਰ ਘਰ ਤੱਕ ਉਹਨਾਂ ਦਾ ਮਿਲਾਪ ਹੋਵੇ ਨੈਟਵਰਕ ਹੋਵੇ ਤਾਲਮੇਲ ਹੋਵੇ ਉਹਦੇ ਲਈ ਜੂਝਦਾ ਪੰਜਾਬ ਨੇ ਕੀ ਨਕਸ਼ਾ ਬਣਾਇਆ ਹੈਗਾ ਜੀ ਦੇਖੋ ਹਜੇ ਤਾਂ ਫਿਲਹਾਲ ਇਹ ਹੈਗਾ ਕਿ ਵੀ ਜਿੰਨੇ ਵੀ ਮਤਲਬ ਕਿ ਜਿਹੜੇ ਕੱਲ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਸੀਗਾ ਕਿ ਅੱਜ ਲਗਭਗ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਮਤਲਬ ਕਿ ਜਿਹੜਾ ਨਵਾਂ ਚੈਨਲ ਮਤਲਬ ਕਿ YouTube ਚੈਨਲ ਦੇ ਮੀਡੀਆ ਰਾਹੀਂ ਇਹ ਬੜੇ ਲੋਕਾਂ ਤੱਕ ਪਹੁੰਚੀ ਹੈਗੀ ਹੈ ਮੈਨੂੰ ਸਵੇਰੇ ਹੀ ਮਤਲਬ ਕਿ ਅੱਜ ਕੈਨੇਡਾ ਤੋਂ ਫੋਨ ਆਇਆ ਉਹਨਾਂ ਨੇ ਉਹ ਕੱਲ ਮਤਲਬ ਕਿ ਲਾਈਵ ਦੇਖੀ ਤੇ ਅੱਜ ਅਖਬਾਰਾਂ ਦੇ ਵਿੱਚ ਖਬਰ ਛਪਣ ਦੇ ਨਾਲ ਵੀ ਮੈਨੂੰ ਜਿੰਨੇ ਕੁ ਲੋਕ ਮੇਰੇ ਜਾਣੂ ਨੇ ਉਹਨਾਂ ਤੋਂ ਮੈਨੂੰ ਸਵੇਰ ਦੇ ਫੋਨ ਆ ਚੁੱਕੇ ਨੇ ਵੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਹੁਣ ਗੱਲਾਂ ਕਰ ਰਹੇ ਹਾਂ ਵੀ ਅਸੀਂ ਇਹਨਾਂ ਨਾਲ ਜੁੜਨਾ ਚਾਹੁੰਦੇ ਹਾਂ ਮਤਲਬ ਕਿ ਇਹਨਾਂ ਨਾਲ ਕਿਵੇਂ ਜੁੜਿਆ ਜਾ ਸਕਦਾ ਹੈਗਾ ਇਹ ਇੱਕ ਮਤਲਬ ਕਿ ਹੈਗਾ ਫਿਰ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਮੁੱਦੇ 32 ਮੁੱਦਿਆਂ ਦੀ ਬੁਕਲੇਟ ਹੈਗੀ ਹੈ ਉਹ ਜਿਹੜੀ ਬੁਕਲੇਟ ਹੈਗੀ ਹੈ ਉਹ ਬੁਕਲੇਟ ਹੁਣ ਮਤਲਬ ਹਜ਼ਾਰਾਂ ਦੀ ਗਿਣਤੀ ਛਾਪ ਕੇ ਤੇ ਮਤਲਬ ਕਿ ਜਿੱਥੇ ਪਿੰਡ ਦੇ ਵਿੱਚ ਜਿੱਥੇ ਵੀ ਕਿਤੇ ਵੀ ਸੰਪਰਕ ਹੋਰ ਬਣੂਗਾ ਇਹ ਹਜੇ ਸਮਝੋ ਕੱਲ ਸ਼ੁਰੂਆਤ ਹੋਈ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫੈਲਾਅ ਜਿਹੜਾ ਹੈਗਾ ਇਹ ਜ਼ਰੂਰ ਹੋਊਗਾ ਤੇ ਇੱਕ ਪੂਰੀ ਦੀ ਪੂਰੀ ਮਨਸ਼ਾ ਹੈਗੀ ਹੈ ਵੀ ਇਹ ਆਪਣੇ ਨਾ ਜਿਹੜੇ ਖਾਸ ਤੌਰ ਤੇ ਜਿਹੜੇ MLA ਖੜੇ ਹੁੰਦੇ ਨੇ ਜਾਂ ਜਿਹੜੇ ਉਹ ਪਾਰਟੀ ਦੇ ਵੀ ਇੱਥੋਂ ਤੱਕ ਹੀ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ BJP ਹੈ ਤੇ ਚਾਹੇ ਕੋਈ ਵੀ ਹੈਗੀ ਹੈ ਉਹਨਾਂ ਨਾਲ ਜਿਹੜਾ MLA ਉਹ ਵੀ ਉਹਦੀ ਜਿਹੜੀ ਮਦਰ ਪਾਰਟੀ ਹੈਗੀ ਹੈ ਉਹਦੇ ਨਾਲ ਵੀ ਉਹਨਾਂ ਦੇ ਪ੍ਰਧਾਨ ਨਾਲ ਵੀ ਗੱਲ ਹੋਊਗੀ ਵੀ ਸਾਡਾ ਆ ਮੁੱਦੇ ਹੈਗੇ ਨੇ ਇਹਦੇ ਤੇ ਗੱਲ ਕਰੋਗੇ ਤਾਂ ਅਸੀਂ ਮਤਲਬ ਕਿ ਲੋਕਾਂ ਨੂੰ ਕੱਲ ਕਿਸੇ ਨੂੰ ਸਵਾਲ ਕੀਤਾ ਜੇ ਸਾਰੀਆਂ ਪਾਰਟੀਆਂ ਮੰਨ ਜਾਣ ਅਸੀਂ ਕਿਹਾ ਕਿ ਠੀਕ ਹੈ ਕਿ ਸਾਰੀਆਂ ਪਾਰਟੀਆਂ ਮੰਨ ਜਾਣ ਤੇ ਇਸ ਤੋਂ ਵਧੀਆ ਕੋਈ ਨਹੀਂ ਹੈਗਾ ਪਰ ਫਿਰ ਅਸੀਂ ਕਹਾਂਗੇ ਵੀ ਜਿਹੜਾ ਵਧੀਆ ਬੰਦਾ ਲੱਗਦਾ ਤੁਹਾਨੂੰ ਲੱਗਦਾ ਵੀ ਜਿਹੜਾ ਸਾਨੂੰ ਸਾਰੇ 10 ਬੰਦੇ ਖੜੇ ਹੋਏ ਨੇ ਤੇ ਤੁਹਾਨੂੰ ਮਤਲਬ ਕਿ ਇਸ ਗੱਲ ਦੀ ਸੂਝ ਹੋਣੀ ਚਾਹੀਦੀ ਹੈ ਵੀ ਕਿਹੜਾ ਬੰਦਾ ਜਿਹੜਾ ਹੈਗਾ ਤੁਹਾਡੇ
ਨਾਲ ਖੜਨ ਵਾਲਾ ਹੈਗਾ, ਕਿਹੜਾ ਬੰਦਾ ਤੁਹਾਨੂੰ ਲੱਗਦਾ ਹੈਗਾ, ਤੁਸੀਂ ਉਹਨੂੰ ਵੋਟ ਪਾਓ। ਅਸੀਂ ਤੁਹਾਨੂੰ ਯਾਦ ਹੋਊਗਾ, ਅਸੀਂ ਪਿੰਡ ਬਚਾਓ ਪੰਜਾਬ ਬਚਾਓ ਦਾ ਜਿਹੜਾ ਸੀਗਾ ਵੀ ਪੰਜਾਬ ਆਪਣੇ ਵਾਰਸ ਲੱਭਦਾ ਹੈਗਾ, ਇਹ ਮੁਹਿੰਮ 3 ਮਹੀਨੇ ਚਲਾਈ ਸੀਗੀ। ਉਹਦੇ 'ਚ ਵੀ ਇਹੀ ਗੱਲ ਸੀਗੀ ਵੀ ਕਿਹੜੇ ਬੰਦੇ ਦੀ ਗੱਲ ਹੈਗੀ ਵੀ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਡੇ ਵਿੱਚੋਂ ਹੈਗਾ, ਤੁਹਾਡੇ ਉਹਦੇ ਬੱਚੇ ਜਿਹੜੇ ਹੈਗੇ ਨੇ ਉਹ ਤੁਹਾਡੇ ਸਕੂਲ 'ਚ ਪੜ੍ਹਦੇ ਨੇ, ਜਿਹੜੇ ਉਹਦੇ ਬਿਮਾਰ ਪੈਂਦਾ ਤਾਂ ਉਹ ਉਸ ਹਸਪਤਾਲ ਜਾਂਦਾ ਜੇ ਤੁਸੀਂ ਜਾਂਦੇ ਹੈਗੇ ਹੋ। ਇਹ ਨਹੀਂ ਕਿ ਹਵਾਈ ਜਹਾਜ਼ ਤੇ ਚੜ੍ਹਦਾ ਹੈ ਤੇ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈਗਾ, ਤੇ ਜਾਂ ਹਵਾਈ ਜਹਾਜ਼ ਤੇ ਚੜ੍ਹਦਾ ਹੈਗਾ ਤੇ ਕਿਤੋਂ ਆ ਜਾਂਦਾ ਹੈਗਾ, ਜਿਵੇਂ ਆਪਾਂ ਆਮ ਤੌਰ ਤੇ ਫਰੇਜ਼ ਵੀ ਵਰਤਦੇ ਹੈਗੇ ਆ ਵੀ ਇਹ ਮਤਲਬ ਕਿ ਇਹਨਾਂ ਨੇ ਹਵਾਈ ਜਹਾਜ਼ ਤੋਂ ਉਤਾਰਿਆ ਹੋਇਆ ਕੈਂਡੀਡੇਟ ਹੈਗਾ। ਅਸੀਂ ਕੈਂਡੀਡੇਟ ਵੀ ਇੱਥੇ ਇਸ ਤਰ੍ਹਾਂ ਉਤਾਰਦੇ ਹਾਂ ਜਿਹੜੇ ਪਹਿਲੀ ਵਾਰੀ ਅਸੀਂ ਦੇਖੇ ਹੁੰਦੇ ਨੇ, ਤੇ ਉਹ ਫਿਰ ਬਾਅਦ ਵਿੱਚ ਉਸੇ ਤਰੀਕੇ ਨਾਲ ਹੀ ਮਤਲਬ ਕਿ ਇਹ ਅਸੀਂ ਸੰਨੀ ਦਿਓਲ ਦੀ ਗੱਲ ਕਰਦੇ ਹਾਂ ਜਾਂ ਇਸ ਤਰ੍ਹਾਂ ਦੇ ਐਕਟਰ ਜੋ ਉਤਾਰੇ ਜਾਂਦੇ ਨੇ। ਠੀਕ ਹੈ ਕਿ ਉਹ ਸੈਲੀਬ੍ਰਿਟੀ ਜਿਹੜੇ ਹੈਗੇ ਨੇ ਉਹ ਆਪਣੀ ਡਾਇਲਾਗ ਸੁਣੋ ਕੇ ਸਾਡੀ ਇੱਕ ਭੋਲੀ ਭਾਲੀ ਜਨਤਾ ਹੈਗੀ, ਇਮੋਸ਼ਨਲ ਲੋਕ ਹੈਗੇ ਨੇ, ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ, ਤੇ ਫਿਰ ਉਸੇ ਦੇ ਖਿਲਾਫ ਜਿਹੜੇ ਹੈਗੇ ਨੇ ਉਹ ਮਤਲਬ ਕਿ ਬੰਦੇ ਦੀ ਗੁੰਮਸ਼ੁਦਗੀ ਦੀ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਵੀ ਲਗਾਉਂਦੇ ਹੈਗੇ ਨੇ। ਤਾਂ ਉਹ ਉਸ ਤਰੀਕੇ ਦੇ ਨਾਲ ਇਹਨੂੰ ਹੁਣ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦਾ ਹੈ ਕਿ ਜਿਹੜਾ ਮਾਹੌਲ, ਫਿਰ ਮੈਂ ਕਹੂੰਗਾ ਕਿ ਕਿਸਾਨੀ ਅੰਦੋਲਨ ਬਣਾਇਆ ਕਿ ਹੁਣ ਲੋਕਾਂ ਦੇ ਮੂੰਹ ਦੇ ਵਿੱਚ ਸਵਾਲ ਆ ਗਏ ਨੇ। ਇਹ ਸਿਰਫ ਤੇ ਸਿਰਫ 32 ਸਵਾਲ ਹੀ ਨੇ, ਇਹ ਮਤਲਬ ਕਿ ਸਾਰੇ ਮੁੱਦੇ ਪਹਿਚਾਨ ਕੇ ਸਾਰੇ ਸਵਾਲ ਉਹਨਾਂ ਦੇ ਉੱਤੇ, ਮਤਲਬ ਕਿ ਇਹ ਨਹੀਂ ਕਿ ਵੀ ਤੁਸੀਂ ਸਿੰਪਲ ਇੱਕ ਦੇ ਵੀ ਤੁਸੀਂ 4.5 ਸਾਲ ਕਿੱਥੇ ਰਹੇ ਤੇ ਹੁਣ ਆ ਗਏ ਹੋ ਤੇ ਹੁਣ ਤੁਸੀਂ ਵੋਟਾਂ ਮੰਗਣ ਆ ਗਏ ਹੋ, ਜਾਂ ਜਿਹੜਾ ਇੱਕ ਹੁਣ ਮਾਹੌਲ ਬਣਿਆ ਹੋਇਆ ਵੀ 4 ਸਾਲ ਸਭ ਕੁਝ ਦਰਕਿਨਾਰ ਤੇ ਫਿਰ ਐਲਾਨਾਂ ਦੀ ਪਰਮਾਰ ਹੈ ਨਾ। ਇਹ ਇਸ ਹੈਗਾ ਕਿ ਵੀ ਤੁਸੀਂ 4.5 ਸਾਲ ਸੁੱਤੇ ਰਹਿੰਦੇ ਹੋ ਤੇ ਪਤਾ ਨਹੀਂ ਉਹਨਾਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਮਤਲਬ ਕਿ ਇਸ ਤਰ੍ਹਾਂ ਜੱਜ ਕੀਤਾ ਵੀ ਅਸੀਂ ਪਹਿਲਾਂ ਜੇ ਕੰਮ ਕਰ ਲਿਆ ਭੁੱਲ ਜਾਣਗੇ, ਜਾਂ ਉਹਨਾਂ ਦਾ ਤਰੀਕਾ ਇਹ ਹੋ ਜਾਏਗਾ ਵੀ ਜੇ ਸੜਕ ਅਸੀਂ ਬਣਾਤੀ ਪਹਿਲਾਂ ਜਿੱਤਦੇ ਸਾਰੀ ਤਾਂ ਇਹ 4.5 ਸਾਲ ਬਾਅਦ ਟੁੱਟ ਜਾਣੀ ਹੈ, ਕਿਉਂਕਿ ਅਸੀਂ ਵਧੀਆ ਸੜਕਾਂ ਤਾਂ ਬਣਾਉਣੀਆਂ ਨਹੀਂ, ਕਿਉਂਕਿ ਬਣਾਉਣੀਆਂ ਹੀ ਮਤਲਬ ਕਿ ਉਸ ਤਰ੍ਹਾਂ ਦੇ ਠੇਕੇਦਾਰ ਨੂੰ ਦੇ ਕੇ ਕਰਪਸ਼ਨ ਕਰਕੇ ਤੇ ਵਿੱਚੋਂ ਦੀ ਪੈਸੇ ਲੈ ਕੇ ਬਣਾਉਣੀਆਂ ਨੇ, ਤੇ 4.5 ਸਾਲ ਬਾਅਦ ਟੁੱਟ ਜਾਣਗੀਆਂ। ਤਾਂ ਅਸੀਂ ਉਦੋਂ ਹੀ ਬਣਾਵਾਂਗੇ ਜਿਹਦੀ ਉਮਰ ਹੀ, ਉਹ ਸੜਕ ਦੀ ਉਮਰ ਹੀ ਮਤਲਬ ਜਿਹੜੀ ਹੁੰਦੀ ਹੈ 4-6 ਮਹੀਨੇ ਹੀ ਹੁੰਦੀ ਹੈ, ਤੇ ਉਹ 4-6 ਮਹੀਨੇ ਲੋਕੀ ਉਹਦੇ ਤੁਰਦੇ ਆ ਤੇ ਵੋਟਾਂ ਉਹ ਲੈ ਲੈਂਦੇ ਆ, ਤੇ ਫਿਰ ਮਤਲਬ ਕਿ ਤਾਂ ਉਹ ਉਸ ਮਾਨਸਿਕਤਾ ਨੂੰ ਮਤਲਬ ਕਿ ਖਤਮ ਕਰਨ ਦੀ ਗੱਲ ਹੈਗੀ ਹੈ, ਤਾਂ ਕਿ ਲੋਕਾਂ ਨੂੰ ਮਤਲਬ ਕਿ ਜਿਹੜੀ ਪਹਿਲੀ ਬਹੁਤ ਵੱਡੀ ਜ਼ਰੂਰਤ ਹੈਗੀ ਹੈ ਵੀ ਲੋਕਾਂ ਨੂੰ ਜਾਣਕਾਰ ਬਣਾਇਆ ਜਾਵੇ, ਲੋਕਾਂ ਨੂੰ ਸਵਾਲ ਖੜੇ ਕਰਨ ਦਾ ਤਰੀਕਾ ਸਮਝਾਇਆ ਜਾਵੇ, ਵੀ ਲੋਕੀ ਸਵਾਲ ਖੜੇ ਕਰਨ ਤੇ ਮਤਲਬ ਕਿ ਤੇ ਪੁੱਛਣ ਵੀ ਤੁਸੀਂ ਕੀ ਕਰੋਗੇ, ਕੀ ਕੀਤਾ ਹੈਗਾ ਹੁਣ ਤੱਕ। ਇਹ 2 ਸਵਾਲ ਜਿਹੜੇ ਨੇ ਬਹੁਤ ਮਹੱਤਵਪੂਰਨ ਨੇ, ਇਹਨਾਂ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਮੇਨ ਹੈਗਾ। ਪਰ ਉਹ ਸਵਾਲ ਕਿਹੜੇ ਹੋਣ, ਆਪਾਂ ਕਈ ਵੀ ਸਵਾਲ ਪੁੱਛੋ ਤੇ ਉਹਨੂੰ ਇਹ ਨਾ ਪਤਾ ਵੀ ਕਿਹੜਾ ਸਵਾਲ ਪੁੱਛੀਏ, ਫਿਰ ਇਹ ਸਵਾਲ ਜਿਹੜੇ ਨੇ ਉਹ ਮੁੱਦੇ ਹੈਗੇ ਨੇ ਵੀ ਆਹ ਮੁੱਦੇ ਹੈਗੇ ਨੇ ਜਿਹਨੂੰ ਜੋ ਕੰਸਰਨ ਹੈਗਾ, ਜਿਹਨੂੰ ਸਿਹਤ ਦੇ ਨਾਲ ਕੰਸਰਨ ਹੈ, ਜਿਹਨੂੰ ਐਜੂਕੇਸ਼ਨ ਨਾਲ ਸੰਬੰਧਿਤ ਹੈਗਾ, ਜਿਸ ਨੂੰ ਵਾਤਾਵਰਨ ਨਾਲ ਸੰਬੰਧਿਤ ਹੈਗਾ, ਆਪਣੇ ਆਪਣੇ ਹਿਸਾਬ ਦੇ ਸਵਾਲ ਚੁਣ ਲੈਣ ਤੇ ਉਹਨਾਂ ਨੂੰ ਘੇਰ ਕੇ ਤੇ ਸਵਾਲ ਪੁੱਛਣ ਵੀ ਅਸੀਂ ਇਹਨਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਆਜੋ ਸਾਡੇ ਮਤਲਬ ਕਿ ਤੁਸੀਂ ਆਏ ਹੋ ਵੋਟਾਂ ਲੈਣ ਵਾਸਤੇ, ਸਾਡੀ ਸਾਥ ਵਿੱਚ ਬੈਠੋ ਤੇ ਅਸੀਂ ਕੁਝ ਸਵਾਲ ਕਰਨੇ ਆ ਤੁਹਾਡੇ ਨਾਲ। ਆਹ ਮਕਸਦ ਹੈਗਾ ਮੇਨ ਇਸ ਵੇਲੇ। ਡਾਕਟਰ ਸਾਹਿਬ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਹੋਰ ਵਧੀਏ, ਲੇਕਿਨ ਤੁਹਾਡੀ ਗੱਲ 'ਚੋਂ ਪਤਾ ਲੱਗਿਆ ਕਿ ਚੇਤਨਾ ਸ਼ਕਤੀ, ਲੋਕ ਸ਼ਕਤੀ ਹੁਣ ਫੈਸਲਾ ਕਰੇਗੀ ਕਿ ਸੱਤਾ ਕਿਹੜੀ ਕਾਇਮ ਹੋਵੇ ਤੇ ਕਿਹੜੀ ਸੱਤਾ ਜਿਹੜੀ ਹੈ ਉਹ ਗਾਇਬ ਹੋਵੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਜੂਝਦੇ ਪੰਜਾਬ ਬਾਰੇ ਜਾਣਕਾਰੀ ਦਿੱਤੀ। ਧੰਨਵਾਦ ਤੁਹਾਡਾ ਜੀ। ਮਿਹਰਬਾਨੀ ਜੀ, ਬਹੁਤ ਬਹੁਤ।